ਗੁਰਮੁਖਾਂ ਦੇ ਦੁਆਲੇ ਚੌਕੀ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਗੁਰਮਤਿ ਨਾਮ ਵਾਹਿਗੁਰੂ, ਜੋ ਗੁਰਮੁਖ ਜਨ ਸਵਾਸ ਸਵਾਸ ਆਰਾਧਦੇ ਰਹਿੰਦੇ ਹਨ, ਉਹਨਾਂ ਦਾ ਵਾਹਿਗੁਰੂ ਨਾਮ ਹਰ ਬਾਬ ਰਖਵਾਲਾ ਹੁੰਦਾ ਹੈ। ਉਹਨਾਂ ਦੇ ਚੁਗਿਰਦੇ ਮਾਨੋ ਚੌਕੀਦਾਰ ਵਾਲਾ ਪਹਿਰਾ ਹਰ ਵਕਤ ਲੱਗਾ ਰਹਿੰਦਾ ਹੈ। ਤਾਂ ਤੇ ਜਿਨ੍ਹਾਂ ਦਾ ਚਿੱਤ ਵਾਹਿਗੁਰੂ ਨਾਮ ਵਿੱਚ ਖੁੱਭਿਆ ਰਹਿੰਦਾ ਹੈ, ਉਹਨਾਂ ਦੇ ਗਿਰਦੇ ਸਦਾ ਨਾਮ ਰੂਪੀ ਸੱਚੇ ਰਖਵਾਲੇ ਦੀ, ਚੌਕੀਦਾਰੇ ਦੀ ਪਹਿਰੇ ਰੂਪੀ ਚੌਕੀ ਪਈ ਹੋਈ ਹੋਣ ਕਰਕੇ ਜਮ ਤਿਨਾਂ ਦੇ ਨੇੜੇ ਨਹੀਂ ਆਉਂਦਾ, ਛਿੱਥਾ ਪੈ ਕੇ ਨੱਸ ਜਾਂਦਾ ਹੈ। ਇਹ ਅਚਰਜ ਚੁਲੰਬਲੀ ਚੌਕੀ ਉਦਿਆਨ ਵਿੱਚ ਬੈਠੇ ਨਾਮ ਰਤੇ ਸਮਾਧ ਸਥਿਤੀਆਂ ਦੇ ਦੁਆਲੇ ਉਸਰੀ ਹੋਈ ਕਈ ਨਾਮ ਰਤੜਿਆਂ ਗੁਰਸਿੱਖਾਂ ਦੇ ਤਜਰਬੇ ਵਿੱਚ ਦੇਖਣੀ ਆਈ ਹੈ। ਉਹ ਘੋਰ ਬਨਾਂ ਕੰਦਰਾਂ ਵਿੱਚ ਬੈਠੇ ਸੱਚੇ ਨਾਮ ਦੀ ਸੱਚੀ ਤਪੱਸਿਆ ਕਰਦੇ ਹੋਏ ਇਸ ਚੌਕੀ ਦੇ ਆਸਰੇ ਨਿਸ਼ਚਿੰਤ ਸਮਾਧੀ ਲਾ ਕੇ ਅਸਥਿਰ ਬੈਠੇ ਰਹਿੰਦੇ ਹਨ। ਉੱਪਰੋਂ ਰਾਤ ਪੈ ਜਾਵੇ ਕਾਲੀ ਬੋਲੀ ਤਾਂ ਵੀ ਉਹਨਾਂ ਨੂੰ ਕਿਸੇ ਅੜਾ ਬੜਾ ਦਾ ਖਤਰਾ ਨਹੀਂ ਰਹਿੰਦਾ। ਅੰਤੀ ਚਲਾਣੇ ਸਮੇਂ ਵੀ, ਅਰਥਾਤ ਇਸ ਸੰਸਾਰ ਅਸਾਰ ਤੋਂ ਚਾਲੇ ਪਾਉਣ ਸਮੇਂ ਵੀ ਇਹ ਚੌਗਿਰਦੀ ਸੱਚੀ ਚੌਕੀ ਆਤਮ ਤੇਜਤਾ ਦੀ ਦਿਬਤਾ ਵਿੱਚ ਆਤਮਾ ਦੇ ਨਾਲ ਹੀ ਜਾਂਦੀ ਹੈ। ਤਾਂ ਤੇ ਜਿਨ੍ਹਾਂ ਗੁਰਮੁਖਾਂ ਦਾ ਮਨ ਵਾਹਿਗੁਰੂ ਨਾਮ ਵਿੱਚ ਹੀ ਅੰਤੀ ਅਵਸਰ ਸੁਰਤ ਬਿਰਤਾਸਨ ਲੱਗਿਆ ਹੋਇਆ ਹੁੰਦਾ ਹੈ, ਉਹਨਾਂ ਦੇ ਨਾਲ ਹੀ ਇਹ ਤਤ ਰਖਵਾਲੀ ਵਾਲੀ ਚੌਕੀ ਜਾਂਦੀ ਹੈ, ਅੰਗ ਸੰਗ ਸਹਾਈ ਹੋ ਕੇ। ਜਮ ਬਪੜਾ ਦੂਰੋਂ ਹੀ ਪਸ਼ੇਮਾਨ ਹੋ ਕੇ ਭੱਜ ਜਾਂਦਾ ਹੈ, ਨੇੜੇ ਆਉਣਾ ਹੀ ਨਹੀਂ ਪਾਉਂਦਾ। ਗੁਰੂ ਪੰਚਮ ਪਾਤਸ਼ਾਹ ਆਪਣਾ ਹੱਡ ਵਰਤਿਆ ਤਜਰਬਾ ਦੱਸਦੇ ਹਨ। ਚੌਕੀ ਚੌਗਿਰਦ ਹਮਾਰੇ ਵਾਲੀ ਪੰਕਤੀ ਇਸ ਗੁਰਵਾਕ ਵਿਖੇ ਆਈ ਦੱਸਦੀ ਹੈ ਕਿ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਇਹ ਤਜਰਬਾ ਆਪ ਨਿਜ ਦਿਵ ਦ੍ਰਿਸ਼ਟੀ ਦੁਆਰੇ ਦੇਖਿਆ ਪਰਖਿਆ ਹੈ। ਸੱਚਮੁੱਚ ਨਾਮ ਜਪਣ ਸਮੇਂ ਗੁਪਤ ਦਿਬਤਾਰੀ ਪਹਿਰੇ ਪੱਕੀ ਮੁਹਕਮਤਾ ਵਿੱਚ ਨਾਮ ਅਭਿਆਸੀਆਂ ਦੇ ਦੁਆਲੇ ਲੱਗੇ ਰਹਿੰਦੇ ਹਨ ਤੇ ਲੱਗੇ ਹੀ ਚਲੇ ਜਾਂਦੇ ਹਨ। ਤਿਨਾਂ ਨੂੰ ਹਰ ਪ੍ਰਕਾਰ ਦੀ ਰਖਵਾਲੀ ਅਮਰੋਂ ਹੀ ਪ੍ਰਾਪਤ ਰਹਿੰਦੀ ਹੈ। ਖੌਫ ਤੇ ਖਤਰਾ ਕਿਸੇ ਪ੍ਰਕਾਰ ਦਾ ਤਿਨਾਂ ਨੂੰ ਨਹੀਂ ਰਹਿੰਦਾ। ਇਹ ਗੱਲ ਸੱਚ ਕਰ ਮੰਨਣੀ ਜੀ। ਹਰ ਦਿਨ ਰੈਨ ਕੀਰਤਨ ਗਾਈਐ, ਬਹੁੜ ਨ ਜੋਨੀ ਪਾਈਐ। ਜਿਸ ਦੇਵੈ ਪੁਰਖ ਵਿਧਾਤਾ, ਹਰ ਰਸ ਤਿਨ ਹੀ ਜਾਤਾ। ਜਮ ਕੰਕਰ ਨੇੜ ਨ ਆਇਆ, ਸੁਖ ਨਾਨਕ ਸ਼ਰਣੀ ਪਾਇਆ। ਸੋਰਠ ਮਹੱਲਾ ਪੰਜਵਾਂ। ਵਿਆਖਿਆ। ਵਾਹਿਗੁਰੂ ਦਾ ਦਿਨ ਰਾਤ ਜਸ ਗਾਵਣ ਹਾਰਿਆਂ, ਕੀਰਤਨ ਕਰਨ ਹਾਰਿਆਂ ਦਾ ਆਵਾਗਮਨ ਦਾ ਸਿਲਸਿਲਾ ਮੁੱਕ ਜਾਂਦਾ ਹੈ। ਕੋਈ ਅਕਹਿ ਰਸ ਹੁੰਦਾ ਹੈ ਜਿਸ ਵਿੱਚ ਲੀਨ ਹੋਏ ਵੇ ਗੁਰਮੁਖ ਜਨ ਦਿਨ ਰਾਤ ਕੀਰਤਨ ਕਰਦੇ ਥੱਕਦੇ ਨਹੀਂ, ਸਿਫਤ ਸਲਾਹ ਵਿੱਚ ਹੀ ਸਾਵਧਾਨ ਰਹਿੰਦੇ ਹਨ। ਵਾਹਿਗੁਰੂ ਨਾਮ ਦਾ ਤਤ ਰਸ ਤਿਨਾਂ ਨੂੰ ਹੀ ਆਉਂਦਾ ਹੈ ਜਿਨ੍ਹਾਂ ਨੂੰ ਵਾਹਿਗੁਰੂ ਆਪ ਇਸ ਰਸ ਦੀ ਦਾਤ ਤੁੱਠ ਕੇ ਕਰਦਾ ਹੈ। ਇਸ ਰਸ ਵਿੱਚ ਲੀਨ ਹੋਏ ਵੇ ਹੀ ਉਹ ਗੁਰਮੁਖ ਓੜਕ ਅੰਤੀ ਅਵਸਰ ਸਦ ਸ਼ਰਨਾਗਤੀ ਸੱਚੇ ਸੁਖ ਅਬਦੀ ਵਿੱਚ ਸਮਾ ਜਾਂਦੇ ਹਨ। ਸਰੀਰ ਤਿਆਗ ਕੇ ਜਦੋਂ ਪਰਲੋਕ ਪਿਆਨੇ ਕਰਦੇ ਹਨ, ਤਿਨਾਂ ਦੇ ਉਹ ਜਮ ਕੰਕਰ ਨੇੜੇ ਨਹੀਂ ਫਟਕਣਾ ਪਾਉਂਦਾ ਜੋ ਆਮ ਸੰਸਾਰੀਆਂ ਦੇ ਮਰਨ ਸਮੇਂ 84 ਦੇ ਜੀਵਾਂ ਦੇ ਆ ਦੁਆਲੇ ਹੁੰਦਾ ਹੈ। ਜਮ ਜੰਦਾਰ ਪ੍ਰਥਾਏ ਬਾਰੰਬਾਰ ਅਨੇਕ ਗੁਰਵਾਕਾਂ ਅੰਦਰ ਇਤਨਾ ਜ਼ੋਰਦਾਰ ਜ਼ਿਕਰ ਆਉਣਾ ਸਿੱਧ ਕਰਦਾ ਹੈ ਕਿ ਜਮ ਦੀ ਹਸਤੀ ਜ਼ਰੂਰ ਹੈ। ਤਦੇ ਤਾਂ ਇਤਨਾ ਜ਼ੋਰ ਦਿੱਤਾ ਗਿਆ ਹੈ। ਫਿਰ ਵੀ ਜੇ ਬੇਯਕੀਨਿਆਂ ਨੂੰ ਯਕੀਨ ਨਾ ਆਵੇ ਤਾਂ ਇਹ ਉਹਨਾਂ ਦੀ ਮਨਮੁਖਤਾ ਅਤੇ ਮਤਸਰਤਾ ਦਾ ਪੱਕਾ ਸਬੂਤ ਹੈ। ਜਮ ਦੀ ਹੋਂਦ ਦੇ ਸਬੂਤ ਵਿੱਚ ਕੋਈ ਸ਼ੱਕ ਬਾਕੀ ਨਹੀਂ ਰਹਿ ਗਿਆ। ਜਬ ਹੀ ਸ਼ਰਨ ਸਾਧ ਕੀ ਆਇਓ, ਦੁਰਮਤ ਸਗਲ ਬਿਨਾਸੀ। ਤਬ ਨਾਨਕ ਚੇਤਿਓ ਚਿੰਤਾ ਮਨ, ਕਾਟੀ ਜਮ ਕੀ ਫਾਸੀ। ਸੋਰਠ ਮਹੱਲਾ ਨੌਵਾਂ। ਗੁਰੂ ਘਰ ਵਿੱਚ ਆ ਕੇ ਗੁਰੂ ਰੂਪੀ ਸੱਚੇ ਸਾਧ ਦੀ ਪ੍ਰਾਪਤੀ ਹੋਣ ਕਰ ਹੀ ਮਨ ਦੀ ਸਾਰੀ ਦੁਰਮਤ ਦਾ ਨਾਸ ਹੁੰਦਾ ਹੈ, ਕਿਉਂਕਿ ਉੱਥੇ ਗੁਰਮਤਿ ਨਾਮ ਦੀ ਪੱਕੀ ਦੀਖਿਆ ਮਿਲਣ ਕਰ ਪਾਰਸ ਰਸਾਇਣੀ ਮੋਜਜ਼ਾ ਵਰਤਦਾ ਹੈ। ਗੁਰੂ ਅਤੇ ਗੁਰਮਤਿ ਨਾਮ ਰੂਪੀ ਪਾਰਸ ਭੇਟਣ ਕਰ ਜਗਿਆਸੂ ਜਨ ਦਾ ਮਨ ਕੰਚਨ ਚੰਦਨਵਤ ਹੋ ਜਾਂਦਾ ਹੈ। ਉਸ ਦੀ ਦੁਰਮਤ ਮਤ ਦਾ ਵਿਨਾਸ਼ ਅਵਸ਼ਯ ਹੋਣਾ ਹੀ ਸੀ, ਸੋ ਹੋ ਜਾਂਦਾ ਹੈ। ਗੁਰੂ ਸਾਧ ਰੂਪੀ ਪਾਰਸ ਭੇਟਣ ਸਾਰ ਹੀ
ਇਹ ਚੁੰਬਕ ਕਲਾ ਵਰਤ ਜਾਂਦੀ ਹੈ ਕਿ ਤੁਰਤ ਫੁਰਤ ਹੀ ਚਿੰਤਾਮਣੀ ਨਾਮ ਦੀ ਜੋਤ ਬਿਜਲਾਣੀ ਲਹਿਰ ਰੌ ਉੱਤਮ ਅਤੇ ਵਡਭਾਗੇ ਜਗਿਆਸੂ ਜਾਂਦੇ ਰੋਮ ਰੋਮ ਅੰਦਰ ਅਤੇ ਉਸ ਦੀ ਨਾੜ ਨਾੜ ਅੰਦਰ ਫਿਰ ਜਾਂਦੀ ਹੈ। ਅਣਵਸ ਹੀ ਆਪ ਹੁਦਰੋਂ ਨਾਮ ਅਭਿਆਸ ਦੇ ਤੋਰੇ ਤੁਰ ਪੈਂਦੇ ਹਨ, ਜੋ ਤੁਰੇ ਹੀ ਰਹਿੰਦੇ ਹਨ। ਉਠਤ ਬੈਠਤ ਸੋਵਤ ਜਾਗਤ ਨਾਮ ਦਾ ਖੰਡਾ ਖੜਕਦਾ ਹੀ ਰਹਿੰਦਾ ਹੈ। ਉਸ ਵਡਭਾਗੇ ਜਾਂਦੀ ਜਮ ਦੀ ਫਾਸੀ ਉਸੇ ਦਮ ਤੋਂ ਹੀ ਕੱਟੀ ਜਾਂਦੀ ਹੈ। ਧੁਰ ਦੀ ਬਖਸ਼ਿਸ਼ ਵਾਲਾ ਪਾਰਸ ਨਾਮ ਐਸੀ ਚੁੰਬਕ ਕਲਾ ਵਾਲਾ ਮਣੀਆਂ ਹੈ ਕਿ ਇਸ ਦੇ ਰਿਦ ਅੰਤਰ ਪ੍ਰਵੇਸ਼ ਹੋਣ ਕਰ ਉਸ ਦੀਆਂ ਸਰਬ ਚਿਤਵਣੀਆਂ ਪੂਰੀਆਂ ਹੋ ਜਾਂਦੀਆਂ ਹਨ, ਜਿਸ ਦੇ ਅੰਦਰ ਕੇ ਇਹ ਚਿੰਤਾਮਣੀ ਹੀਰਾ ਰਤਨ ਲਾਲ ਆਣ ਪ੍ਰਗਟ ਹੁੰਦਾ ਹੈ। ਤਿਸ ਜਨ ਦੇ ਸਾਰੇ ਜਮ ਡਰ ਨਿਵਾਰੇ ਜਾਂਦੇ ਹਨ। ਜਿਵੇਂ ਜੋਤ ਬਿਜਲਾਰਕ ਉਜਿਆਰੇ ਦੇ ਸਾਹਮਣੇ ਹਨੇਰਾ ਨਹੀਂ ਫਟਕਣਾ ਪਾਉਂਦਾ, ਇਸੇ ਪ੍ਰਕਾਰ ਨਾਮ ਜੋਤ ਵਿਗਾਸੀਆਂ ਦੇ ਨੇੜੇ ਜਮ ਜੰਦਾਰ ਨਹੀਂ ਟੁਕਦਾ। ਭਗਤਾਂ ਨੂੰ ਜਮ ਜੋਹ ਨ ਸਾਕੈ ਕਾਲ ਨ ਨੇੜੈ ਜਾਈ, ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ। ਸੋਰਠ ਮਹੱਲਾ ਤੀਜਾ ਘਰ ਪਹਿਲਾ। ਗੁਰੂ ਘਰ ਦੇ ਭਗਤ ਜਨਾਂ ਦੇ ਹਿਰਦੇ ਅੰਦਰ ਕੇਵਲ ਗੁਰਮਤਿ ਨਾਮ ਵਾਹਿਗੁਰੂ ਹੀ ਪਰਮ ਪ੍ਰਬਲਤਾ ਸਹਿਤ ਵਸਿਆ ਹੋਇਆ ਹੁੰਦਾ ਹੈ ਅਤੇ ਸਦਾ ਵਸਿਆ ਹੀ ਰਹਿੰਦਾ ਹੈ। ਨਾਮ ਬਿਨਾਂ ਭਗਤ ਜਨਾਂ ਦਾ ਆਚਾਰ ਵਿਵਹਾਰ ਹੀ ਹੋਰ ਕੋਈ ਨਹੀਂ ਹੁੰਦਾ। ਇਸ ਕਰਕੇ ਨਾਮ ਦੇ ਪ੍ਰਬਲ ਪ੍ਰਤਾਪ ਕਰ ਤਿਨਾਂ ਨੂੰ ਜਮ ਜੋ ਹੀ ਨਹੀਂ ਸਕਦਾ, ਨਾ ਹੀ ਕਾਲ ਮੌਤ ਦਾ ਦੁੱਖ ਤਿਨਾਂ ਨੂੰ ਵਿਆਪਦਾ ਹੈ। ਵਿਆਪ ਸਕਦਾ ਹੀ ਨਹੀਂ, ਕਿਉਂਕਿ ਉਹ ਤਾਂ ਜਿਉਂਦੇ ਜੀ ਹੀ ਮੁਕਤ ਪਦ ਨੂੰ ਪ੍ਰਾਪਤ ਹੋ ਚੁੱਕੇ ਹੋਏ ਹੁੰਦੇ ਹਨ। ਸੰਸਾਰੀਆਂ ਸਾਕਤ ਪੁਰਸ਼ਾਂ ਨੂੰ ਹੀ ਜਮ ਜੋ ਸਕਦਾ ਹੈ। ਮਨ ਰੇ ਸੰਸਾਰ ਅੰਧ ਗਹਿਰਾ, ਚੌਦਿਸ ਪਸਰਿਓ ਹੈ ਜਮ ਜੇਵਰਾ। ਰਹਾਓ। ਸੂਰਠ ਕਬੀਰ ਜੀ। ਸੰਸਾਰ ਅਤੇ ਸਮੂਹ ਸੰਸਾਰੀਆਂ ਦੇ ਦੁਆਲੇ ਚਾਰੀ ਪਾਸੀਂ ਜਮ ਦਾ ਜਾਲ ਤਣਿਆ ਪਿਆ ਹੈ। ਜਮ ਦਾ ਹੀ ਪਸਾਰਾ ਪਸਰਿਆ ਪਿਆ ਹੈ, ਕਿਉਂਕਿ ਸਾਰਾ ਜਗਤ ਸਾਕਤ ਅਤੇ ਨਿਗੁਰਾ ਹੋਣ ਕਰ ਅਗਿਆਨ ਅੰਧਤਾ ਦੇ ਡੂੰਘੇ ਖਾਤੇ ਵਿੱਚ ਡਿੱਗਿਆ ਪਿਆ ਹੈ। ਉੱਥੇ ਉਸ ਨੂੰ ਕੱਢਣ ਹਾਰਾ ਕੋਈ ਨਹੀਂ ਸਿਵਾਏ ਸਤਿਗੁਰੂ ਦੇ। ਸਤਿਗੁਰੂ ਦੀ ਸ਼ਰਨ ਸਾਕਤ ਸੰਸਾਰੀ ਪੁਰਸ਼ ਆਉਂਦੇ ਨਹੀਂ। ਇਸ ਕਰਕੇ ਸਾਰਾ ਸੰਸਾਰ ਅਤੇ ਸਗਲ ਸੰਸਾਰੀ ਪੁਰਸ਼ ਇਸ ਅਗਿਆਨ ਅੰਧੇਰੇ ਦੇ ਗੁਬਾਰ ਗਹਿਰੇ ਵਿੱਚ ਹੀ ਰੁੜੇ ਚਲੇ ਜਾਂਦੇ ਹਨ। ਇਹ ਸਭ ਜਮ ਦਾ ਗ੍ਰਾਸ ਹਨ, ਜਮ ਦੀ ਫਾਸ ਵਿੱਚ ਹੀ ਪੈਣਗੇ। ਤਾਂ ਤੇ ਇਸ ਸੰਸਾਰ ਗਹਿਰੇ ਵਿੱਚ ਫਸਣ ਤੋਂ, ਇਸ ਅੰਧ ਖਾਤੇ ਦੀ ਗੱਡਣ ਤੋਂ ਸਦਾ ਬਚੇ ਹੀ ਰਹਿਣਾ ਚਾਹੀਦਾ ਹੈ। ਤੇਰੇ ਗਲੇ ਤੌਕ ਪਗ ਬੇਰੀ, ਤੂੰ ਘਰ ਘਰ ਰਮਈਆ ਫੇਰੀ, ਤੂੰ ਅਜੋ ਨ ਚੇਤਸ ਚੇਰੀ, ਤੂੰ ਜਮ ਬਪੁਰੀ ਹੈ ਹੇਰੀ। ਸੂਰਠ ਕਬੀਰ ਜੀ। ਭਗਤ ਕਬੀਰ ਸਾਹਿਬ ਵੀ ਇਸ ਗੁਰਵਾਕ ਵਿਖੇ ਜਮ ਦੀ ਹੋਂਦ ਬਾਰੇ ਸ਼ਾਦੀ ਭਰਦੇ ਹਨ ਕਿ ਸਾਰੀ ਸੰਸਾਰੀ ਜੀਵ ਸ਼੍ਰੇਣੀ ਜਮ ਦੇ ਚੀਰੇ ਵਿੱਚ ਹੈ। ਸਭ ਦੇ ਗਲ ਵਿੱਚ ਜਮ ਦਾ ਤੌਕ ਪੈਣਾ ਹੈ। ਸਾਰਿਆਂ ਦੇ ਪੈਰਾਂ ਵਿੱਚ ਜਮਾਂ ਨੇ ਬੇੜੀਆਂ ਪਾਉਣੀਆਂ ਹਨ। ਸਾਰੀ ਜੀਵ ਸ਼੍ਰੇਣੀ 84 ਦੇ ਗੇੜ ਵਿੱਚ ਪੈਣੀ ਹੈ। ਸਭ ਇਹ 84 ਦੀ ਜੀਵ ਸ਼੍ਰੇਣੀ ਜਮ ਦੀ ਅੱਖ ਵਿੱਚ ਹੈ। ਜਮ ਗ੍ਰਸਣ ਨੂੰ ਤਿਆਰ ਹੀ ਬੈਠਾ ਹੈ, ਪਰ ਭਰਮ ਭੁੱਲੀ ਹੋਈ ਮਾਇਆ ਗ੍ਰਸਤ ਲੋਕਾਈ ਦੀ ਅੱਖ ਅਜੇ ਵੀ ਨਹੀਂ ਉਗੜਦੀ ਪਰਮਾਰਥ ਦੇ ਪਾਸੇ ਵੱਲ। ਮਾਇਆ ਦੇ ਵਹਿਣ ਵਿੱਚ ਹੀ ਰੁੜੀ ਚਲੀ ਜਾਂਦੀ ਹੈ ਸਾਰੀ ਲੁਕਾਈ। ਸਿਰਜਣਹਾਰ ਕਰਤਾਰ ਦਾ ਨਾਮ ਚੇਤਨ ਕਰਨ ਦਾ ਅਜੇ ਵੀ ਕਿਸੇ ਨੂੰ ਫਿਕਰ ਨਹੀਂ। ਤੁਮਰੇ ਭਜਨ ਕਟੈ ਜਮ ਫਾਂਸਾ, ਭਗਤ ਹੇਤ ਗਾਵੈ ਰਵਿਦਾਸਾ। ਸੂਰਠ ਰਵਿਦਾਸ ਜੀ। ਭਗਤ ਰਵਿਦਾਸ ਜੀ ਇਸ ਗੁਰਵਾਕ ਦੁਆਰਾ ਦ੍ਰਿੜਾਉਂਦੇ ਹਨ ਕਿ ਜਮ ਦੀ ਫਾਸ ਸਭ ਦੇ ਸਿਰ ਤੇ ਖੜੀ ਹੈ, ਪੈਣ ਨੂੰ ਤਿਆਰ। ਇਹ ਜਮ ਫਾਸ ਵਾਹਿਗੁਰੂ ਦੇ ਭਜਨ ਦੁਆਰਾ ਹੀ ਕੱਟੀ ਜਾ ਸਕਦੀ ਹੈ, ਐਵੇਂ ਨਹੀਂ। ਇਸ ਲਈ ਭਾਉ ਭਗਤੀ ਭਜਨ ਕਰਨ ਹਿਤ ਹਰ ਸਮੇਂ ਹੀ ਹਰੀ ਜਸ ਤਤਪਰ ਹੋ ਕੇ ਲੱਕ ਬੰਨ੍ਹ ਕੇ ਗਾਉਣਾ ਉਚਿਤ ਹੈ। ਸਿਫਤ ਸਲਾਹ ਵਿੱਚ ਰਮਤ ਹੋਣ ਨਾਲ ਹੀ ਜਮ ਦੀ ਫਾਸ ਕੱਟੀ ਜਾਣੀ ਸੰਭਵ ਹੈ, ਐਵੇਂ ਨਹੀਂ। ਇਸੇ ਕਰਕੇ ਅਗਲੇ ਗੁਰਪ੍ਰਮਾਣ ਅੰਦਰ ਸ੍ਰੀ ਰਵਿਦਾਸ ਭਗਤ ਜੀ ਉਚਾਰਨ ਕਰਦੇ ਹਨ ਕਿ ਮੈਂ ਹਰ ਸਮੇਂ ਨਾਮ ਰਟਣ ਅੰਦਰ ਰਚਿਆ ਰਮਿਆ ਰਹਿੰਦਾ ਹਾਂ, ਤਾਂ ਤੇ ਜਮ ਦੇ ਨਾਲ ਮੇਰਾ ਕੋਈ ਵਾਸਤਾ ਨਹੀਂ ਪੈਣਾ। ਜਮ ਦਾ ਕੀ ਕੰਮ ਹੈ ਜੋ ਮੇਰੇ ਨੇੜੇ ਆ ਜਾਵੇ। ਯਥਾ ਰਵਿਦਾਸ ਜਪੈ ਰਾਮ ਨਾਮਾ, ਮੋਹਿ ਜਮ ਸਿਓ ਨਾਹੀ ਕਾਮਾ। ਸੂਰਠ ਰਵਿਦਾਸ ਜੀ।
ਦੇਖੋ ਅਗਲੇ ਗੁਰਵਾਕ ਅੰਦਰ ਗੁਰੂ ਨਾਨਕ ਸਾਹਿਬ ਕੀ ਫਰਮਾਉਂਦੇ ਹਨ। ਨਾਮ ਖਸਮ ਕਾ ਚਿਤ ਨ ਕੀਆ, ਕਪਟੀ ਕਪਟ ਕਮਾਣਾ, ਜਮ ਦੁਆਰ ਜਾਂ ਪਕੜ ਚਲਾਇਆ, ਤਾਂ ਚਲਦਾ ਪਛਤਾਣਾ। ਧਨਾਸਰੀ ਮਹੱਲਾ ਪਹਿਲਾ। ਆਗਮ ਨਿਗਮ ਦੀ ਜੀਵ ਗਤੀ ਜਾਣਨਹਾਰ ਅੰਤਰਯਾਮੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਸੰਸਾਰੀ ਮਾਇਆਧਾਰੀ ਜੀਵ ਸਾਰੇ ਕਪਟ ਚਲਾਕੀ ਦੇ ਭਰੇ ਹੋਏ ਹੀ ਹਨ। ਸਾਰੀ ਉਮਰ ਕਪਟ ਹੀ ਕਮਾਉਣ ਵਿੱਚ ਪਰਵਿਰਤ ਰਹਿੰਦੇ ਹਨ। ਉਹਨਾਂ ਨੂੰ ਪਰਮਾਰਥ ਦੇ ਪਾਸੇ ਦੀ ਸੂਝ-ਬੂਝ ਹੀ ਨਹੀਂ ਆਉਂਦੀ, ਨਾ ਹੀ ਅੱਗੇ ਦਾ ਡਰ ਭੈ ਵਿਆਪਦਾ ਹੈ। ਪਰ ਉਦੋਂ ਹੀ ਪਤਾ ਲੱਗੂ ਜਦੋਂ ਮਰਨ ਪਿੱਛੋਂ ਜਮਪੁਰੀ ਵਿੱਚ ਬੰਨ੍ਹ ਕੇ ਚਲਾਇਆ ਜਾਊ। ਜਮ-ਅਗ ਬੱਧੇ ਜਾਣ ਸਮੇਂ ਫੇਰ ਪਛਤਾਇਆ ਕੀ ਬਣੂ। ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਐਸੇ ਅਗਿਣਤ ਜੀਵ ਜਮ-ਅਗ ਬੱਧੇ ਜਾਂਦੇ ਅਤੇ ਪਛਤਾਉਂਦੇ ਦੇਖੇ ਪਰਖੇ ਹਨ। ਤਦੇ ਤਾਂ ਆਪਣੀ ਅੱਖੀਂ ਡਿੱਠੀ ਸ਼ਾਦੀ ਇੱਥੇ ਦਿੰਦੇ ਹਨ ਅਤੇ ਸੰਸਾਰੀਆਂ ਨੂੰ ਚੌਕੰਨੇ ਕਰਦੇ ਹਨ ਕਿ ਰਚਨਹਾਰ ਮਾਲਕ ਦਾ ਨਾਮ ਚਿੰਤਨ ਕਰਨ, ਨਾਮ ਜਪਣ ਵਿੱਚ ਜੁਟ ਜਾਣ, ਨਹੀਂ ਤਾਂ ਅੱਗੇ ਚੱਲ ਕੇ ਜਮ ਦੇ ਵਸ ਜ਼ਰੂਰ ਪੈਣਾ ਲੱਗੂ ਅਤੇ ਪਛਤਾਉਣਾ ਪਊ। ਪਰ ਫੇਰ ਪਛਤਾਇਆ ਕੁਝ ਬਣਨਾ ਨਹੀਂ। ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਸੁਣਨਹਾਰੇ ਪਾਠ ਕਰੀ ਸੁਣੀ ਜਾਂਦੇ ਹਨ, ਪਰ ਇਸ ਅੱਗੇ ਬੰਨਣ ਵਾਲੀ ਹਕੀਕਤ ਨੂੰ ਸਭੇ ਉਲੰਘੀ ਜਾਂਦੇ ਹਨ। ਇਸ ਪਾਸੇ ਗਹੁ ਕਰਕੇ ਪਰਤਦੇ ਹੀ ਨਹੀਂ, ਕਦੇ ਵੀ ਗੁਰਬਾਣੀ ਦੇ ਤੱਤ ਭਾਵ ਨੂੰ ਗਹਿ ਕਰ ਨਹੀਂ ਵਿਚਾਰਦੇ। ਥਾਂ ਪਰ ਥਾਂ ਗੁਰਬਾਣੀ ਅੰਦਰ ਜਮ ਦਾ ਜ਼ਿਕਰ ਹੈ ਅਤੇ ਜਮ ਤੋਂ ਬਚਣ ਦੀ ਜਗ੍ਹਾ ਜਗ੍ਹਾ ਹਿਦਾਇਤ ਮੌਜੂਦ ਹੈ, ਪਰ ਗੁਮੇ ਹੀ ਨਹੀਂ ਕਰਦੇ। ਇਹ ਸਮਝਦੇ ਹਨ ਕਿ ਇਹ ਐਵੇਂ ਫालतू ਗੱਲਾਂ ਹੀ ਲਿਖੀਆਂ ਹਨ। ਪਰ ਜੇ ਗੁਰੂ ਦੀ ਬਾਣੀ ਨੂੰ ਸੱਤ-ਸੱਤ ਕਰਕੇ ਮੰਨਣ ਤਾਂ ਕਦੇ ਇਹ ਹੋ ਸਕਦਾ ਹੈ ਕਿ ਉਹ ਆਪਣਾ ਅੱਗਾ ਸੰਵਾਰਨ ਦੇ ਫਿਕਰ ਵਿੱਚ ਨਾ ਪੈਣ ਅਤੇ ਗੁਰਵਾਕਾਂ ਅੰਦਰ ਉਪਦੇਸ਼ਿਤ ਹੁਕਮਾਂ ਨੂੰ ਨਾ ਕਮਾਉਣ। ਪਰ ਅਫਸੋਸ ਕਿ ਬਪੜੇ ਮਾਇਆ ਮਮਤਾ ਗ੍ਰਸਤ ਸੰਸਾਰੀਆਂ ਨੂੰ ਗੁਰਬਾਣੀ ਦੀ ਨਾ ਸ਼ਰਧਾ ਭਾਵਨੀ ਹੈ ਅਤੇ ਨਾ ਹੀ ਅੱਗੇ ਦੀ ਪਰਵਾਹ ਹੈ, ਨਾ ਸਤਿਗੁਰੂ ਦੇ ਵਾਕਾਂ ਉੱਤੇ ਨਿਸ਼ਚਾ ਭਰੋਸਾ ਹੈ। ਇਸ ਕਰਕੇ ਉਹਨਾਂ ਦੀ ਹੋਣ ਵਾਲੀ ਜ਼ਿਲਤ ਖੁਆਰੀ ਤੇ ਤਰਸ ਆਏ ਬਿਨਾਂ ਨਹੀਂ ਰਹਿੰਦਾ। ਹਰ ਕੇ ਸੇਵਕ ਸੇ ਹਰ ਪਿਆਰੇ, ਜਿਨ ਜਪਿਓ ਹਰ ਬਚਨਾਕੀ, ਲੇਖਾ ਚਿਤਰ ਗੁਪਤ ਜੋ ਲਿਖਿਆ, ਸਭ ਛੂਟੀ ਜਮ ਕੀ ਬਾਕੀ। ਧਨਾਸਰੀ ਮਹੱਲਾ ਚੌਥਾ। ਵਿਆਖਿਆ। ਜਿਨ੍ਹਾਂ ਗੁਰਮੁਖਾਂ ਨਾਮ ਸਿਮਰਨ ਹਾਰੇ ਸੇਵਕਾਂ ਭਗਤਾਂ ਨੇ ਵਾਹਿਗੁਰੂ ਨਾਮ ਨੂੰ ਗੁਰਬਾਣੀ ਰੂਪੀ ਹਰ ਬਚਨਾਂ ਦੀ ਰੋਸ਼ਨੀ ਅੰਦਰ ਜਪਿਆ ਹੈ, ਤਿਨਾਂ ਦੀ ਜਮ ਦੀ ਬਾਕੀ ਸਭ ਛੁੱਟ ਗਈ ਹੈ। ਤਿਨਾਂ ਨਿਮਿਤ ਲਿਖਿਆ ਹੋਇਆ ਚਿਤਰਗੁਪਤ ਦਾ ਲੇਖਾ ਵੀ ਸਭ ਮੁੱਕ ਚੁੱਕ ਗਿਆ ਹੈ। ਇਸ ਗੁਰਵਾਕ ਦੁਆਰਾ ਨਾ ਸਿਰਫ ਜਮ ਦੀ ਹੋਂਦ ਹੀ ਸਿੱਧ ਹੋਈ, ਬਲਕਿ ਚਿਤਰਗੁਪਤ ਦੀ ਹੋਂਦ ਵੀ ਸਿੱਧ ਹੋ ਗਈ, ਜੋ ਧਰਮ ਰਾਏ ਦੇ ਮੁਨਸ਼ੀ ਜੀਵਾਂ ਦਾ ਲੇਖਾ ਲਿਖਣ ਲਈ ਰੱਖੇ ਹੋਏ ਹਨ। ਚਿਤਰਗੁਪਤ ਪ੍ਰਥਾਏ ਵੱਖਰੇ ਕਾਂਡ ਵਿੱਚ ਖਾਸ ਜ਼ਿਕਰ ਆਵੇਗਾ। ਗੁਣ ਨਿਧਾਨ ਰਿਦ ਭੀਤਰ ਵਸਿਆ, ਤਾਂ ਦੁਖ ਭਰਮ ਭਉ ਭਾਗਾ, ਭਈ ਪ੍ਰਾਪਤ ਵਸਤ ਅਗੋਚਰ, RAM ਨਾਮ ਰੰਗ ਲਾਗਾ। ਚਿੰਤ ਅਚਿੰਤਾ ਸੋਚ ਅਸੋਚਾ, ਸੋਗ ਲੋਭ ਮੋਹ ਥਾਕਾ, ਹਉਮੈ ਰੋਗ ਮਿਟੇ ਕਿਰਪਾ ਤੇ, ਜਮ ਤੇ ਭਏ ਬਿਬਾਕਾ। ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆਗਿਆ ਭਾਣੀ, ਕਹੋ ਨਾਨਕ ਜਿਨ ਜਮ ਤੇ ਕਾਢੇ, ਤਿਸ ਗੁਰ ਕੈ ਕੁਰਬਾਣੀ। ਧਨਾਸਰੀ ਮਹੱਲਾ ਪੰਜਵਾਂ। ਵਿਆਖਿਆ। ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਅੰਦਰ ਗੁਰਮਤਿ ਨਾਮ ਵਾਹਿਗੁਰੂ ਦੀ ਅਤੁੱਟ ਅਭਿਆਸ ਕਮਾਈ ਦੁਆਰਾ ਖੁਦ ਵਾਹਿਗੁਰੂ ਗੁਣੀ ਨਿਧਾਨ ਆ ਵਸਿਆ ਹੈ, ਤਿਨਾਂ ਦਾ ਜਨਮ ਮਰਨ ਦਾ ਦੁੱਖ ਅਤੇ ਹਰ ਪ੍ਰਕਾਰ ਦਾ ਭਰਮ ਤੇ ਭਉ ਦੂਰ ਹੋ ਗਿਆ ਹੈ। ਇਹ ਸਭ ਕੁਝ ਇਸ ਕਰਕੇ ਹੋਇਆ ਕਿ ਤਿਨਾਂ ਨੂੰ ਗੁਰੂ ਦੁਆਰਿਓਂ ਗੁਰਮਤਿ ਨਾਮ ਰੂਪੀ ਅਗੋਚਰ ਵਸਤੂ ਪ੍ਰਾਪਤ ਹੋਈ, ਜਿਸ ਦੀਆਂ ਅਭਿਆਸ ਕਮਾਈਆਂ ਕਰ ਕਰ ਤਿਨਾਂ ਦੇ ਘਟ ਅੰਦਰ ਵਾਹਿਗੁਰੂ ਨਾਮ ਹੀ ਜੋਤ ਪ੍ਰਕਾਸ਼ਕ ਰੰਗਾਂ ਵਿੱਚ ਪ੍ਰਗਟ ਹੋਇਆ ਹੈ। ਤੇ ਜਨ ਹਰ ਪ੍ਰਕਾਰ ਦੀ ਚਿੰਤਾ ਫਿਕਰ ਕਰਨੋਂ ਅਚਿੰਤ ਅਤੇ ਬੇਫਿਕਰ ਹੋ ਗਏ ਹਨ ਅਤੇ ਸੋਚਾਂ ਸੋਚਣੋਂ ਅਸੋਚ ਹੋ ਗਏ ਹਨ। ਤਿਨਾਂ ਦੇ ਹਰ ਪ੍ਰਕਾਰ ਦੇ ਰੰਜ ਗਮ ਅਤੇ ਲੋਭ ਮੋਹ ਮੁੱਕ ਗਏ ਅਤੇ ਵਾਹਿਗੁਰੂ ਦੀ ਕਿਰਪਾ ਦੁਆਰਾ ਤਿਨਾਂ ਦੇ ਹਉਮੈ ਰੋਗ ਵੀ ਮਿਟ ਗਏ ਤੇ ਜਨ ਜਮ ਤੋਂ ਵੀ ਬੇਬਾਕ ਬੇਖੌਫ ਹੋ ਗਏ। ਤਿਨਾਂ ਅਨੰਨ ਗੁਰਸਿੱਖਾਂ ਨੂੰ ਗੁਰੂ ਕੀ ਆਗਿਆ ਅਤੇ ਗੁਰੂ ਦੇ ਹੁਕਮਾਂ ਦੇ ਪਾਲਣ ਰੂਪੀ ਟਹਿਲ ਸੇਵਾ ਹੀ ਭਾਈ ਹੈ, ਹੋਰ ਕੁਝ ਨਹੀਂ ਪਾਇਆ। ਤਿਨਾਂ ਨੂੰ ਸਤਿਗੁਰੂ ਨੇ ਬਾਂਹ ਫੜ ਕੇ ਜਮ ਦੇ ਜੱਫੇ ਤੋਂ ਬਾਹਰ ਕੱਢ ਲਿਆ ਹੈ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ
ਕਿ ਜਮ ਤੋਂ ਛੁਡਾਉਣ ਵਾਲੇ ਗੁਰੂ ਵਿਟੋਂ ਕੁਰਬਾਨ ਹੋ ਜਾਣਾ ਚਾਹੀਦਾ ਹੈ। ਇਸ ਗੁਰਵਾਕ ਤੋਂ ਸਿੱਧ ਹੋਇਆ ਕਿ ਗੁਰੂ ਸਾਹਿਬਾਨ ਦਾ ਉੱਤਮ ਉਦੇਸ਼ਾਂ ਵਿੱਚੋਂ ਇੱਕ ਉਦੇਸ਼ ਜੀਵਾਂ ਨੂੰ ਜਮ ਤੋਂ ਛੁਡਾਉਣ ਦਾ ਵੀ ਹੈ। ਇਸ ਇੱਕੇ ਗੁਰਵਾਕ ਅੰਦਰ 2 ਵਾਰ ਜਮ ਦਾ ਜ਼ਿਕਰ ਆਇਆ ਹੈ। ਕੀ ਐਵੇਂ ਫਾਲਤੂ ਹੀ ਆਇਆ ਹੈ? ਹਰਗਿਜ਼ ਨਹੀਂ, ਸਗੋਂ ਜਮ ਦੀ ਯਕੀਨੀ ਹੋਂਦ ਉੱਤੇ ਖਾਸ ਜ਼ੋਰ ਦਿੱਤਾ ਹੈ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ, ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੈ ਨੇੜੇ। ਧਨਾਸਰੀ ਮਹਲਾ ਪੰਜਵਾਂ। ਵਿਆਖਿਆ। ਜਿਨ੍ਹਾਂ ਪਿਆਰਿਆਂ ਨੇ ਨਿਰਭਉ ਨਾਮ ਵਾਹਿਗੁਰੂ ਆਤਮ ਰੰਗਾਂ ਵਿੱਚ ਜਪਿਆ ਹੈ ਅਤੇ ਸਦਾ ਸਤਸੰਗ ਵਿੱਚ ਨਿਵਾਸ ਕੀਤਾ ਹੈ, ਸੋ ਇਸ ਭਵ ਸਾਗਰ ਤੋਂ ਪਾਰ ਪਏ ਹਨ। ਤਿਨਾਂ ਨੂੰ ਪਿਛਲੇ ਕੀਤੇ ਪਰਧਨ ਪਰਤਨ ਸੰਬੰਧ ਦੋਖ ਤੇ ਪਾਪ ਨਹੀਂ ਪਾਉਂਦੇ। ਉਹ ਸਭ ਦੋਖ ਪਾਪ ਪਿਛਲੇ ਕਮਾਤੇ ਔਗਣਾਂ ਦੇ ਕੱਟੇ ਜਾਂਦੇ ਹਨ ਅਤੇ ਅੱਗੇ ਨੂੰ ਗੁਰੂ ਕੇ ਸਿੱਖ ਸੱਜ ਕੇ ਉਹ ਕਦੇ ਵੀ ਇਹਨਾਂ ਦੋਖਾਂ ਪਾਪਾਂ ਵਿੱਚ ਪਰਵਿਰਤ ਨਹੀਂ ਹੁੰਦੇ ਅਤੇ ਅਗਾਹਾਂ ਅਗਲੀ ਦਰਗਾਹ ਵਿਖੇ ਜਾ ਕੇ ਜਮ ਵੀ ਤਿਨਾਂ ਦੇ ਨੇੜੇ ਨਹੀਂ ਆਉਂਦਾ। ਭਜ ਸੰਗ ਸਾਧੂ ਇਕ ਅਰਾਧੂ, ਜਨਮ ਮਰਨ ਦੁਖ ਨਾਸਏ, ਧੁਰ ਕਰਮ ਲਿਖਿਆ ਸਾਚ ਸਿੱਖਿਆ, ਕਟੀ ਜਮ ਕੀ ਫਾਸਏ। ਭੈ ਭਰਮ ਨਾਠੇ ਛੁਟੀ ਗਾਠੇ, ਜਮ ਪੰਥ ਮੂਲ ਨਾ ਆਵੀਐ, ਬਿਨਵੰਤ ਨਾਨਕ ਧਾਰ ਕਿਰਪਾ, ਸਦਾ ਹਰ ਗੁਣ ਗਾਵੀਐ। ਧਨਾਸਰੀ ਛੰਤ ਮਹਲਾ ਪੰਜਵਾਂ। ਵਿਆਖਿਆ। ਜਿਨ੍ਹਾਂ ਦੇ ਵਿਰਸੇ ਵਿੱਚ ਧੁਰੋਂ ਹੀ ਇਹ ਕਰਮ ਲਿਖਿਆ ਆਇਆ ਹੈ, ਤਿਨਾਂ ਨੂੰ ਸਤਿਗੁਰੂ ਦੁਆਰਿਓਂ ਸੱਚੀ ਗੁਰਦੀਖਿਆਮਈ ਸਿੱਖਿਆ ਗੁਰਮੰਤਰ ਦੀ ਦਾਤ ਪ੍ਰਾਪਤ ਹੋਈ ਹੈ। ਤਿਨਾਂ ਨੇ ਹੀ ਮਨ ਬਚਨ ਕਰਮ ਕਰਕੇ ਸਾਧ ਸੰਗਤੀ ਬੈਠ ਕੇ ਇੱਕ ਅਕਾਲ ਪੁਰਖ ਦੀ ਉਪਾਸ਼ਨਾਮਈ ਅਰਾਧਨਾ ਕੀਤੀ ਹੈ। ਤਿਨਾਂ ਦੇ ਜਨਮ ਮਰਨ 84 ਦੇ ਗੇੜ ਵਾਲੇ ਸਭ ਦੁੱਖ ਦੂਰ ਹੋ ਗਏ ਹਨ, ਨੱਸ ਭੱਜ ਗਏ ਹਨ। ਤਿਨਾਂ ਨੂੰ ਮਰਨ ਪਿੱਛੋਂ ਅਗਾਹਾਂ ਅਗਲੀ ਦਰਗਾਹੇ ਚੱਲ ਕੇ ਜਮ ਦੇ ਪੈਂਡੇ ਮੂਲੋਂ ਹੀ ਨਹੀਂ ਪੈਣਾ ਪੈਂਦਾ। ਉਹ ਸਦਾ ਇਹੋ ਬੇਨਤੀਆਂ ਕਰਨੀਆਂ ਹੀ ਗੁਰੂ ਨਾਨਕ ਸਾਹਿਬ ਤੋਂ ਸਿੱਖੇ ਹਨ ਕਿ ਹੇ ਵਾਹਿਗੁਰੂ, ਐਸੀ ਕਿਰਪਾ ਕਰੋ ਕਿ ਅਸੀਂ ਹਰਦਮ ਤੇਰੇ ਹੀ ਗੁਣ ਗਾਉਂਦੇ ਰਹੀਏ। ਗੁਣ ਗਾਉਣ ਦਾ ਇਸ਼ਕ ਐਸਾ ਪ੍ਰਬਲ ਹੋ ਕੇ ਤਿਨਾਂ ਨੂੰ ਲੱਗਿਆ ਰਹਿੰਦਾ ਹੈ ਕਿ ਉਹ ਗੁਣ ਗਾਉਣੋਂ ਹਟਦੇ ਹੀ ਨਹੀਂ, ਤਿਨਾਂ ਤੋਂ ਹਟ ਹੀ ਨਹੀਂ ਹੁੰਦਾ। ਜਿਉਂ-ਜਿਉਂ ਵਧੇਰੇ ਆਤਮ ਵਿਕਾਸ ਦਾ ਵਿਕਾਸ ਗੁਣ ਗਾਉਣ ਕਰਕੇ ਹੁੰਦਾ ਹੈ, ਤਿਉਂ-ਤਿਉਂ ਉਹ ਹੋਰ ਵਧੇਰੇ ਗੁਣ ਗਾਵਣ, ਸਿਫਤ ਸਲਾਹ ਕਰਨ ਵਿੱਚ ਤਤਪਰ ਹੋ ਕੇ ਜੁਟਦੇ ਹਨ। ਤਿਨਾਂ ਦਾ ਪਰਮਾਰਥੀ ਰਸਤਾ ਉੱਕਾ ਹੀ ਸਾਫ਼ ਜਮ ਤੋਂ ਬੇਲਾਗ ਹੋ ਜਾਂਦਾ ਹੈ। ਕਰ ਕਿਰਪਾ ਟਹਿਲ ਹਰ ਲਾਇਓ, ਤੋ ਜਮ ਛੋਡੀ ਮੋਰੀ ਲਾਗ। ਜੈਤਸਰੀ ਮਹਲਾ ਪੰਜਵਾਂ। ਵਾਹਿਗੁਰੂ ਨਾਮ ਸਿਮਰਨ ਰੂਪੀ ਸੇਵਾ ਭਗਤੀ ਵਿਖੇ ਉਸ ਦੀ ਆਪਣੀ ਕਿਰਪਾ ਦੁਆਰਾ ਹੀ ਲੱਗੀਦਾ ਹੈ। ਜੋ ਜਨ ਲੱਗ ਗਏ ਹਨ ਵਾਹਿਗੁਰੂ ਨਾਮ ਦੀ ਸਿਮਰਨਮਈ ਸੇਵਾ ਭਗਤੀ ਵਿੱਚ, ਉਹਨਾਂ ਦਾ ਅੱਗੇ ਜਾ ਕੇ ਜਮ ਪਿੱਛਾ ਨਹੀਂ ਕਰੇਗਾ, ਉੱਕਾ ਹੀ ਖਹਿੜਾ ਛੱਡ ਜਾਵੇਗਾ। ਮਨ ਮਹਿ ਸਤਿਗੁਰ ਧਿਆਨ ਧਰਾ, ਦ੍ਰਿੜਿਓ ਗਿਆਨ ਮੰਤਰ ਹਰ ਨਾਮਾ, ਪ੍ਰਭ ਜਿਉ ਮਇਆ ਕਰਾ। ਰਹਾਓ। ਕਾਲ ਜਾਲ ਅਰ ਮਹਾ ਜੰਜਾਲਾ, ਛੁਟਕੇ ਜਮੈ ਡਰਾ, ਆਇਓ ਦੁਖ ਹਰਣ ਸ਼ਰਨ ਕਰੁਣਾਪਤ, ਗਹਿਓ ਚਰਨ ਆਸਰਾ। ਜੈਤਸਰੀ ਮਹਲਾ ਪੰਜਵਾਂ। ਵਿਆਖਿਆ। ਸਤਿਗੁਰੂ ਦੀ ਕਿਰਪਾ ਦੁਆਰਾ ਗੁਰ ਦੀਖਿਆ ਪ੍ਰਾਪਤ ਹੋਈ ਅਤੇ ਗਿਆਨਮਈ ਗੁਰਮਤਿ ਨਾਮ ਗੁਰਮੰਤਰ ਦ੍ਰਿੜ ਹੋਇਆ। ਗੁਰਮੰਤਰ ਦੀ ਅਭਿਆਸ ਕਮਾਈ ਕਰ ਸ਼ਬਦ ਗੁਰੂ ਸੁਰਤ ਧੁਨ ਚੇਲਾ ਵਾਲਾ ਧਿਆਨ ਹਰ ਦਮ ਹਿਰਦੇ ਅੰਦਰ ਜੁੜ ਗਿਆ। ਮਾਇਆ ਮੋਹ ਰੂਪੀ ਸਾਰੇ ਜੰਜਾਲ ਛੁੱਟ ਗਏ, ਨਾਲੇ ਕਾਲ ਦੇ ਜਾਲ ਦਾ ਅਤੇ ਜਮ ਦਾ ਡਰ ਸਾਰਾ ਚੁੱਕ ਗਿਆ। ਇਹ ਸਭ ਦਇਆ ਨਿਧ ਦੁੱਖ ਹਰਣ ਵਾਹਿਗੁਰੂ ਦੀ ਸ਼ਰਣੀ ਆਉਣ ਦਾ ਅਤੇ ਉਸ ਦੇ ਚਰਨ ਗਹਿਣ ਦੇ ਆਸਰੇ ਅਤੇ ਪ੍ਰਤਾਪ ਦਾ ਹੀ ਸਦਕਾ ਹੈ ਕਿ ਐਸੀ ਬਿਧ ਪ੍ਰਾਪਤ ਹੋਈ ਹੈ। ਕੋਟ ਬਿਘਨ ਬਿਨਸੈ ਹਰ ਸੇਵਾ, ਨਿਹਚਲ ਗੋਵਿੰਦ ਧਾਮ, ਭਗਵੰਤ ਭਗਤ ਕੋ ਭਉ ਕਿਛ ਨਾਹੀ, ਆਦਰ ਦੇਵਤ ਜਾਮ। ਜੈਤਸਰੀ ਮਹਲਾ ਪੰਜਵਾਂ। ਵਿਆਖਿਆ। ਭਗਵੰਤ ਦੇ ਭਗਤਾਂ ਨੂੰ ਅਨੰਨ ਸੇਵਾ ਭਗਤੀ ਦੇ ਬਦਲੇ ਗੋਬਿੰਦ ਵਾਹਿਗੁਰੂ ਦੇ ਨਿਹਚਲ ਧਾਮ ਦਾ ਵਾਸ ਮਿਲਦਾ ਹੈ। ਭਗਤੀ ਰੂਪੀ ਸੇਵਾ ਘਾਲਣਾ ਦਾ ਸਦਕਾ ਤਿਨਾਂ ਦੇ ਕਰੋੜਾਂ ਬਿਘਨ ਬਿਨਸ ਜਾਂਦੇ ਹਨ। ਤਿਨਾਂ ਨੂੰ ਅੱਗੇ ਦਾ ਕੁਝ ਭਉ ਨਹੀਂ ਰਹਿੰਦਾ, ਸਗੋਂ ਜਮ ਵੀ ਤਿਨਾਂ ਦਾ ਆਦਰ ਸਤਿਕਾਰ ਕਰਦਾ ਹੈ ਅਤੇ ਦੂਰੋਂ ਹੀ ਨਮਸਕਾਰ ਕਰਕੇ
ਪਰੇ ਹਟ ਜਾਂਦਾ ਹੈ। ਇਹ ਉਸ ਦਾ ਅਦਬ ਆਦਰ ਹੈ। ਹਰਜੂ ਰਾਖ ਲਿਓ ਪਤ ਮੇਰੀ, ਜਮ ਕੋ ਤਰਾਸ ਭਇਓ ਉਰ ਅੰਤਰ, ਸ਼ਰਨ ਗਹੀ ਕਿਰਪਾ ਨਿਧ ਤੇਰੀ। ਰਹਾਓ। ਜੈਤ ਸ੍ਰੀ ਮਹਲਾ ਨੌਵਾਂ। ਵਿਆਖਿਆ। ਸਤਿਗੁਰੂ ਨੌਵੇਂ ਪਾਤਸ਼ਾਹ ਅਸਾਂ ਕਲਯੁਗੀ ਜੀਵਾਂ ਦੀ ਰੱਖਿਆ ਨਮਿਤ ਜਮ ਪਲੰਦੇ ਜਗਤ ਜਲੰਦੇ ਨੂੰ ਬਚਾਉਣ ਲਈ ਇਉਂ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦੇ ਹਨ। ਹੇ ਵਾਹਿਗੁਰੂ, ਇਹਨਾਂ ਮੈਂ ਮੇਰੀ ਵਾਲਿਆਂ ਮਾਇਆ ਮਮਤ ਗ੍ਰਸਤ ਜੀਵਾਂ ਦੀ ਪੱਤ ਨੂੰ ਤੂੰ ਰੱਖ ਲੈ। ਇਹਨਾਂ ਦੀ ਜਮ ਦੀ ਤਰਾਸ ਨੂੰ ਇਹਨਾਂ ਦੇ ਉਰ ਅੰਤਰੋਂ ਮਿਟਾ ਦੇ। ਜਿਨ੍ਹਾਂ ਨੇ ਕਿਰਪਾ ਨਿਧ ਵਾਹਿਗੁਰੂ ਤੇਰੀ ਸ਼ਰਨ ਗਹੀ ਹੈ, ਤੇਰਾ ਆਸਰਾ ਤੱਕਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜੀਵਾਂ ਤੇ ਤਰਸ ਆਇਆ ਅਤੇ ਸਾਫ਼ ਦੱਸਿਆ ਕਿ ਇਹ ਜੀਵ ਜਮ ਦਾ ਗ੍ਰਾਸ ਜ਼ਰੂਰ ਬਣਨਗੇ। ਜਮ ਤੋਂ ਛੁਡਾਉਣ ਲਈ ਅਤੇ ਜਮ ਦੇ ਤਰਾਸ ਤੋਂ ਬਚਾਉਣ ਲਈ ਦਇਆਨਿਧ ਕਰੁਣਾ ਰੂਪ ਸਤਿਗੁਰੂ ਨੇ ਇਹ ਪ੍ਰਾਰਥਨਾ ਕੀਤੀ। ਕਿਉਂਕਿ ਸਮਰੱਥ ਅਤੇ ਸਰਬੱਗ ਸਤਿਗੁਰੂ ਤੀਨ ਕਾਲ ਭੂਤ ਭਵਿੱਖ ਭਵਾਨ ਦੇ ਤ੍ਰਿਕਾਲਦਰਸੀ ਹਨ। ਉਹਨਾਂ ਨੂੰ ਜੀਵਾਂ ਨਾਲ ਅੱਗੇ ਵਰਤਣੇ ਵਾਲੇ ਵਰਤਾਰੇ ਦੀ ਸਭ ਸੋਝੀ ਅੰਤਰਯਾਤਮਾ ਹੁੰਦੀ ਹੈ। ਇਸ ਕਰਕੇ ਉਹਨਾਂ ਦਾ ਫਰਮਾਇਆ ਇਹ ਬਚਨ ਸੱਤ ਸੱਤ ਪੂਰਨ ਸੱਚ ਹੈ ਕਿ ਜਮ ਦਾ ਵਜੂਦ ਜ਼ਰੂਰ ਹੈ। ਇਸ ਤੋਂ ਅਵੇਸਲੇ ਹੋਣਾ ਕਮਲਾਪਣ ਹੈ। ਇਸ ਦੇ ਖਤਰੇ ਤੋਂ ਰਹਿਤ ਹੋਣ ਦਾ ਇੱਕੋ ਉਪਾਅ ਅਕਾਲ ਪੁਰਖ ਦੀ ਸ਼ਰਨ ਗਹਿਣੀ ਅਤੇ ਉਸ ਦੇ ਅੱਗੇ ਪ੍ਰਾਰਥਨਾ ਕਰਨੀ ਹੈ। ਕਾਲ ਜਾਲ ਜਮ ਜੋਹਿ ਨ ਸਾਕੈ, ਸੱਚ ਕਾ ਪੰਥਾ ਥਾਟਿਓ, ਖਾਤ ਖਰਚਤ ਕਿਛ ਨਿਖੁਟਤ ਨਾਹੀ, ਰਾਮ ਰਤਨ ਧਨ ਖਾਟਿਓ। ਟੋਡੀ ਮਹਲਾ ਪੰਜਵਾਂ। ਵਿਆਖਿਆ। ਰਾਮ ਰਤਨ ਧਨ ਖੱਟਣ ਵਾਲਿਆਂ ਲਈ ਪਰਲੋਕ ਵਿਖੇ ਵੀ ਐਸਾ ਸੱਚ ਦਾ ਸਿੱਧਾ ਰਸਤਾ ਥਾਟਿਆ ਕਾਇਮ ਕੀਤਾ ਗਿਆ ਹੈ ਕਿ ਤਿਨਾਂ ਨੂੰ ਕਾਲ ਜਾਲ ਜਮ ਕੋਈ ਜੋ ਨਹੀਂ ਸਕਦਾ। ਤਿਨਾਂ ਦਾ ਨਾਮ ਧਨ ਖੱਟਿਆ ਕਦੇ ਨਿਖੁੱਟਦਾ ਨਹੀਂ, ਭਾਵੇਂ ਤਿਸ ਨੂੰ ਕਿਤਨਾ ਹੀ ਖਾਧਾ ਤੇ ਖਰਚਿਆ ਜਾਵੇ। ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ, ਜਮ ਪਕੜ ਚਲਾਈਆਂ। ਤਿਲੰਗ ਮਹਲਾ ਚੌਥਾ। ਵਿਆਖਿਆ। ਨਾਮ ਨੂੰ ਵਿਸਾਰ ਕੇ ਪਾਨ ਸੁਪਾਰੀ ਖਾਣ ਹਾਰੀਆਂ, ਮੁਖ ਬੀੜੀਆਂ ਲਾਣ ਹਾਰੀਆਂ, ਸਾਰੀਆਂ ਐਸ਼ਾਂ ਕਰਨ ਹਾਰੀਆਂ ਯੁਵਤੀਆਂ ਜਮ ਦੇ ਅੱਗੇ ਪਕੜ ਚਲਾਈਆਂ ਜਾਣਗੀਆਂ। ਉੱਪਰ ਦਸੀਆਂ ਖਾਣ ਪੀਣ ਦੀਆਂ ਵੈਧਤਾਂ ਵਿੱਚ ਪਈਆਂ ਹੋਈਆਂ ਜ਼ਿੰਦਗੀਆਂ ਕਦੇ ਵੀ ਪਰਮਾਰਥ ਦੇ ਮਾਰਗ ਤੇ ਪੈ ਨਹੀਂ ਸਕਦੀਆਂ, ਨਾਮ ਜਪਣ ਦਾ ਨਾਉ ਨਹੀਂ ਲੈ ਸਕਦੀਆਂ। ਸੋ ਤਿਨ੍ਹਾਂ ਨੂੰ ਆਪਣਾ ਕੀਤਾ ਪਾਉਣਾ ਪਊ। ਇਸ ਗੁਰਵਾਕ ਤੇ ਇਸ ਗੱਲ ਦੀ ਤਾੜਨਾ ਵੀ ਮਿਲਦੀ ਹੈ ਕਿ ਗੁਰਸਿੱਖਾਂ ਸਿੰਘ ਸਿੰਘਣੀਆਂ ਨੂੰ ਪਾਨ ਸੁਪਾਰੀ ਖਾਣਾ ਤੇ ਮੁਖ ਬੀੜੀਆਂ ਲਾਉਣਾ ਬਿਲਕੁਲ ਮਨਾ ਹੈ। ਐਸਾ ਕਰਨ ਹਾਰੇ ਸਭ ਤਨਖਾਹੀਏ ਹਨ। ਜਿਨ ਹਰ ਨਾਮਾ ਹਰ ਚੇਤਿਆ, ਹਿਰਦੈ ਉਰਧਾਰੇ, ਤਿਨ ਜਮ ਨੇੜ ਨ ਆਵਈ, ਗੁਰਸਿੱਖ ਗੁਰ ਪਿਆਰੇ। ਤਿਲੰਗ ਮਹਲਾ ਚੌਥਾ। ਵਿਆਖਿਆ। ਜਿਨ੍ਹਾਂ ਗੁਰਸਿੱਖਾਂ ਨੇ ਹਿਰਦੈ ਉਰਧਾਰ ਕੇ ਗੁਰਮਤਿ ਨਾਮ ਦਾ ਸਿਮਰਨ ਕੀਤਾ ਹੈ, ਤਿਨਾਂ ਗੁਰਸਿੱਖਾਂ ਪਿਆਰਿਆਂ ਦੇ ਨੇੜੇ ਜਮ ਨਹੀਂ ਆਉਂਦਾ। ਹਰ ਧਨ ਕੋ ਉਚੱਕਾ ਨੇੜ ਨ ਆਵਈ, ਜਮ ਜਾ ਗਾਤੀ ਡੰਡ ਨ ਲਗਾਈ। ਸੂਹੀ ਮਹਲਾ ਚੌਥਾ। ਨਾਮ ਰੂਪੀ ਧਨ ਐਸਾ ਹੈ ਕਿ ਇਸ ਲੋਕ ਵਿਖੇ ਤਾਂ ਚੋਰ ਉਚੱਕਾ ਇਸ ਦੇ ਨੇੜੇ ਨਹੀਂ ਆ ਸਕਦਾ, ਅਗਲੇ ਲੋਕ ਵਿਖੇ ਜਮ ਜਾ ਗਾਤੀ ਇਸ ਨੂੰ ਡੰਡ ਤੇ ਜਗਾਤ ਨਹੀਂ ਲਗਾ ਸਕਦਾ। ਕੋਟ ਅਪਰਾਧੀ ਸੰਤ ਸੰਗ ਉਧਰੈ, ਜਮ ਤਾਕੈ ਨੇੜ ਨ ਆਵੈ, ਜਨਮ ਜਨਮ ਕਾ ਵਿਛੜਿਆ ਹੋਵੈ, ਤਿਨ ਹਰ ਸਿਉ ਆਣ ਮਿਲਾਵੈ। ਸੂਹੀ ਮਹਲਾ ਪੰਜਵਾਂ। ਵਿਆਖਿਆ। ਗੁਰੂ ਘਰ ਦੇ ਸੰਤਾਂ ਦੀ ਸੰਗਤ ਦੇ ਸਹਾਰੇ ਕੋਟ ਅਪਰਾਧੀ ਉਧਰ ਗਏ ਹਨ। ਤਿਨਾਂ ਦੇ ਜਮ ਨੇੜੇ ਨਹੀਂ ਆ ਸਕਦਾ। ਜਨਮ ਜਨਮ ਦਾ ਵਿਛੜਿਆ ਹੋਇਆ ਪ੍ਰਾਣੀ ਗੁਰੂ ਘਰ ਦੇ ਸੰਤਾਂ ਦੀ ਸੰਗਤ ਦੇ ਤੁਫੈਲ ਵਾਹਿਗੁਰੂ ਨਾਲ ਆ ਜੁੜਦਾ ਹੈ। ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀਂ, ਜਮ ਨਹੀਂ ਆਵੈ ਨੇਰੇ। ਰਹਾਓ। ਸੂਹੀ ਮਹਲਾ ਪੰਜਵਾਂ। ਵਾਹਿਗੁਰੂ ਦੇ ਸੰਤਾਂ ਭਗਤਾਂ ਸੇਵਕਾਂ ਨਾਮ ਸਿਮਰਨ ਹਾਰਿਆਂ ਦੇ ਨੇੜੇ ਜਮ ਨਹੀਂ ਆਉਂਦਾ। ਤਿਨਾਂ ਨੂੰ ਕਿਸੇ ਗੱਲ ਦਾ ਵੀ ਭੈ ਨਹੀਂ ਹੁੰਦਾ, ਕਿਉਂਕਿ ਨਾਮ ਜਪਣ ਹਾਰੇ ਸੰਤ ਵਾਹਿਗੁਰੂ ਦੇ ਹੁੰਦੇ ਹਨ ਅਤੇ ਵਾਹਿਗੁਰੂ ਤਿਨਾਂ ਦਾ ਹੁੰਦਾ ਹੈ। ਉਹਨਾਂ ਦੇ ਜਮ ਨੇ ਕੀ ਨੇੜੇ ਆ ਸਕਣਾ ਹੋਇਆ, ਭਾਵ ਕਦੇ ਨੇੜੇ ਨਹੀਂ ਆਉਂਦਾ। ਬਾਕੀ ਵਾਲਾ ਤਲਬੀਐ, ਸਿਰ ਮਾਰੇ ਜੰਦਾਰ ਜਿਓ, ਲੇਖਾ ਮੰਗੈ ਦੇਵਣਾ, ਪੁੱਛੈ ਕਰ ਵਿਚਾਰ ਜਿਓ। ਸੂਹੀ ਮਹਲਾ ਪਹਿਲਾ ਘਰ ਨੌਵਾਂ। ਭਾਵ ਅੱਗੇ ਜਾ ਕੇ ਹਰ ਇੱਕ ਉਹ ਜੀਵ ਤਲਬ ਲਈਦਾ ਹੈ ਜਿਸ ਦੀ ਬਾਕੀ ਨਿਕਲੀ ਹੋਈ ਹੁੰਦੀ ਹੈ। ਉਸ ਦੇ ਸਿਰ ਜਮ ਜੰਦਾਰ ਦੇ ਖੌਂਸੜੇ ਪੈਂਦੇ ਹਨ। ਖੌਂਸੜੇ ਖਾਂਦਾ ਹੋਇਆ ਜਦੋਂ ਧਰਮ ਰਾਏ ਦੇ ਪੇਸ਼ ਹੁੰਦਾ ਹੈ, ਤਦ ਧਰਮ ਰਾਏ ਉਸ ਤੋਂ ਲੇਖਾ ਮੰਗਦਾ ਹੈ
ਜੋ ਉਸ ਨੂੰ ਦੇਣਾ ਪੈਂਦਾ ਹੈ। ਬਿਨ ਸ਼ਬਦੈ ਭੈ ਰਤਿਆ ਸਭ ਜੋ ਹੀ ਜਮਕਾਲ ਜਿਉ। ਸੂਹੀ ਮਹੱਲਾ ਪਹਿਲਾ। ਭੈ ਭਾਵਨੀ ਕਰ ਗੁਰ ਸ਼ਬਦ ਨਾਮ ਗੁਰਮਤਿ ਨਾਮ ਵਿਖੇ ਜੋ ਜਨ ਰਤੇ ਗਏ ਹਨ, ਉਨ੍ਹਾਂ ਤੋਂ ਬਿਨਾਂ ਸਭ ਜੀਵ ਸ਼੍ਰੇਣੀ ਜਮ ਦੀ ਲੱਤ ਹੇਠਾਂ ਹੈ। ਜਮ ਰੂਪੀ ਕਾਲ ਨੇ ਸਭਨਾਂ ਨੂੰ ਚਿੰਬੜਨਾ ਹੈ। ਸੂਈ ਜਮ ਦੀ ਫੇਟ ਤੋਂ ਬਚਣਗੇ ਜੋ ਭਾਉ ਭਾਵਨਾ ਕਰ ਨਾਮ ਦੇ ਰੰਗਾਂ ਵਿੱਚ ਰਤਿਆਂ ਆਪਣਾ ਜੀਵਨ ਬਿਤਾਉਂਦੇ ਰਹੇ ਹਨ, ਮਨੁੱਖਾ ਜਨਮ ਧਾਰ ਕੇ। ਵਿਣ ਨਾਵੈ ਦਰ ਢੋਈ ਨਾਹੀਂ ਤਾਂ ਜਮ ਕਰੇ ਖੁਆਰੀ, ਨਾਨਕ ਸੱਚ ਵਡਿਆਈ ਪਾਏ ਜਿਸਨੋਂ ਹਰ ਕਿਰਪਾ ਧਾਰੀ। ਸੂਹੀ ਮਹੱਲਾ ਤੀਜਾ। ਭਾਵ ਜਿਹੜੇ ਨਾਮ ਨਹੀਂ ਜਪਦੇ ਤਿਨਾਂ ਨੂੰ ਸੱਚੀ ਦਰਗਾਹੇ ਅੱਗੇ ਜਾ ਕੇ ਢੋਈ ਨਹੀਂ ਮਿਲਣੀ, ਬਸ ਤਿਨਾਂ ਨੂੰ ਜਮ ਖੁਆਰ ਕਰ ਕਰ ਮਾਰੇਗਾ। ਜਿਨ੍ਹਾਂ ਦੇ ਉੱਪਰ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਉਹ ਸਤਿਗੁਰੂ ਦੇ ਹੁਕਮ ਮੰਨਦੇ ਹੋਏ ਗੁਰ ਦੀਖਿਆ ਲੈ ਨਾਮ ਜਪਦਿਆਂ ਆਪਣਾ ਜਨਮ ਬਤੀਤ ਕਰਦੇ ਹਨ। ਉਹ ਵਾਹਿਗੁਰੂ ਦੇ ਦਰ ਤੇ ਵਡਿਆਈ ਪਾਉਂਦੇ ਹਨ। ਦੁਨੀਆ ਕੇਰੀ ਦੋਸਤੀ ਮਨਮੁਖ ਦਜ ਮਰਨ, ਜੰਪੁਰ ਬੱਧੇ ਮਾਰੀਆਂ ਵੇਲਾ ਨਾ ਲਹਨ। ਸੋਇਨਾ ਰੁਪਾ ਪਾਪ ਕਰ ਕਰ ਸੰਚੀਐ, ਚਲੈ ਨਾ ਚਲਦਿਆਂ ਨਾਲ, ਵਿਣ ਨਾਵੈ ਨਾਲ ਨਾ ਚਲਸੀ ਸਭ ਮੁੱਠੀ ਜਮਕਾਲ। ਸੂਹੀ ਮਹੱਲਾ ਤੀਜਾ ਘਰ ਦਸਵਾਂ। ਭਾਵ ਮਨਮੁਖ ਮਾਇਆ ਧਾਰੀ ਸਾਕਤ ਪੁਰਸ਼ ਸੰਸਾਰੀ ਦੁਨੀਆ ਅਤੇ ਦੁਨਿਆਵੀ ਪਦਾਰਥਾਂ ਨਾਲ ਹੀ ਸਾਰੀ ਉਮਰ ਨੇਹ ਮੋਹ ਮੁਹੱਬਤ ਲਾਈ ਰੱਖਦੇ ਹਨ। ਇਸੇ ਦੁਨੀਆ ਦੀ ਮੋਹ ਮਮਤਾ ਗ੍ਰਸੇ ਹੋਏ ਮਰ ਜਾਂਦੇ ਹਨ। ਤ੍ਰਿਸ਼ਨਾ ਉਹਨਾਂ ਦੀ ਬੁਝਦੀ ਨਹੀਂ। ਮਾਇਆ ਦੇ ਪਦਾਰਥਾਂ ਦੀ ਤ੍ਰਿਸ਼ਨਾ ਬੁਝਣੀ ਤਾਂ ਕੀ ਸੀ, ਦਿਨੋਂ ਦਿਨ ਹੋਰ ਬਹੁਤੀ ਭੜਕਦੀ ਹੈ ਅੱਗ ਵਾਂਗੂ। ਆਤਸ਼ ਦੁਨੀਆ ਖੁਨਕ ਨਾਮ ਖੁਦਾਇਆ ਦੇ ਗੁਰਵਾਕ ਦੇ ਭਾਵ ਅਨੁਸਾਰ ਦੁਨੀਆ ਆਤਸ਼ ਰੂਪ ਅਗਨੀ ਦੀ ਨਿਆਈ ਹੈ। ਇਸ ਅੱਗ ਦੇ ਦਾਹ ਤੋਂ ਬਚਾਉਣ ਲਈ ਵਾਹਿਗੁਰੂ ਦੇ ਨਾਮ ਦੀ ਠੰਡਕ ਹੀ ਦਾਰੂ ਹੈ ਅਤੇ ਇਸ ਨਾਮ ਦੀ ਠੰਡਕ ਹੀਣੇ ਆਦਮੀ ਦੁਨੀਆ ਦੀ ਅੱਗ ਦੇ ਦਾਹ ਨਾਲ ਦੱਦੇ ਹੋਏ ਹੀ ਮਰ ਜਾਂਦੇ ਹਨ। ਅਗਾਹਾਂ ਜਾ ਕੇ ਉਹ ਜਮਪੁਰੀ ਵਿੱਚ ਬੱਧੇ ਹੋਏ ਮਾਰੇ ਜਾਂਦੇ ਹਨ। ਫੇਰ ਪਛਤਾਉਂਦੇ ਹਨ ਕਿ ਅਸਾਂ ਮਨੁੱਖਾ ਜਨਮ ਅਜਾਈਂ ਹੀ ਗਵਾ ਲਿਆ, ਨਾਮ ਨਾ ਜਪ ਲਿਆ। ਪਰ ਹੁਣ ਪਛਤਾਇਆ ਕੀ ਬਣਦਾ ਹੈ? ਫੇਰ ਇਹ ਵੇਲਾ ਮਨੁੱਖਾ ਜਨਮ ਦੀ ਵਾਰੀ ਦਾ ਉਹਨਾਂ ਦੇ ਹੱਥ ਨਹੀਂ ਆਉਂਦਾ। ਜਿਤਨਾ ਵੀ ਸੋਨਾ ਤੇ ਚਾਂਦੀ ਦੁਨੀਆ ਇਕੱਠੀ ਕਰਦੀ ਹੈ, ਸਭ ਪਾਪ ਕਰ ਕਰ ਇਕੱਠੀ ਕਰਦੀ ਹੈ। ਇਸ ਵਿੱਚੋਂ ਤਸੂ ਮਾਤਰ ਵੀ ਚਲਦਿਆਂ ਨਾਲ ਨਹੀਂ ਚਲਦਾ। ਜਦੋਂ ਕੂਚ ਦਾ ਨਗਾਰਾ ਵੱਜਦਾ ਹੈ, ਸਭ ਕੁਝ ਇੱਥੇ ਹੀ ਧਰਿਆ ਰਹਿ ਜਾਂਦਾ ਹੈ। ਨਾਮ ਤੋਂ ਬਿਨਾਂ ਹੋਰ ਕੋਈ ਸ਼ੈ ਵੀ ਨਾਲ ਨਹੀਂ ਜਾਂਦੀ ਮਰਨਹਾਰੇ ਬੰਦੇ ਦੇ। ਤਾਂ ਤੇ ਨਾਮ ਵਿਹੂਣੀ ਸਭ ਦੁਨੀਆ ਜਮ ਕਾਲ ਦੇ ਢਹੇ ਚੜ੍ਹੇਗੀ ਅਤੇ ਫਾਥੀ ਚੋਟਾਂ ਖਾਵੇਗੀ। ਖਾ ਖਾ ਕੇ ਚੋਟਾਂ ਬਹੁੜ ਪਛਤਾਵੇਗੀ। ਅਨਾਥਾਂ ਨਾਥ ਭਗਤ ਭੈ ਮੇਟਨ, ਸਾਧ ਸੰਗ ਜਮ ਦੂਤ ਨ ਭੇਟਨ। ਜੀਵਨ ਰੂਪ ਅਨੂਪ ਦਇਆਲਾ, ਰਮਣ ਗੁਣਾ ਕਟਿਐ ਜਮ ਜਾਲਾ। ਸੂਹੀ ਮਹੱਲਾ ਪੰਜਵਾਂ ਘਰ ਤੀਜਾ। ਵਿਆਖਿਆ। ਵਾਹਿਗੁਰੂ ਅਨਾਥਾਂ ਦਾ ਨਾਥ ਹੈ, ਨਿਖਸਮਿਆਂ ਦਾ ਖਸਮ ਹੈ। ਜਿਨ੍ਹਾਂ ਦਾ ਕੋਈ ਮਾਲਕ ਨਹੀਂ, ਤਿਨਾਂ ਦਾ ਵਾਹਿਗੁਰੂ ਮਾਲਕ ਹੈ। ਜੋ ਸੱਚਮੁੱਚ ਮਨ ਬਚਨ ਕਰਮ ਕਰ ਨਿਮਾਣੇ ਨਿਆਸਰੇ ਹੋਏ ਅਨਾਥ ਹੋ ਕੇ ਉਸ ਦੇ ਦਰ ਤੇ ਡੱਠੇ ਹਨ, ਉਹਨਾਂ ਦਾ ਖਾਸ ਤੌਰ ਤੇ ਵਾਹਿਗੁਰੂ ਨਾਥ ਰੂਪ ਹੋ ਕੇ ਸਹਾਈ ਹੁੰਦਾ ਹੈ ਅਤੇ ਆਪਣੇ ਅਨੰਨ ਭਗਤ ਜਨਾਂ ਦੇ ਸਾਰੇ ਭੈ ਮੇਟਣ ਹਾਰਾ ਹੈ। ਐਸੇ ਵਾਹਿਗੁਰੂ ਨੂੰ ਗੁਰੂ ਘਰ ਦੀ ਸਾਧ ਸੰਗਤ ਦੁਆਰਾ ਗਾਵਣ ਨਾਲ ਅੱਗੇ ਗਿਆਂ ਜਮਦੂਤ ਨੇੜੇ ਨਹੀਂ ਛੂੰਹਦੇ। ਭਾਵ ਜਿਨ੍ਹਾਂ ਨੇ ਅਨਾਥਾਂ ਨਾਥ ਭਗਤ ਭੈ ਮੇਟਣ ਹਾਰੇ ਵਾਹਿਗੁਰੂ ਨੂੰ ਗੁਰੂ ਘਰ ਦੀ ਸੰਗਤ ਦੀ ਬਸੀਠੀ ਕਰ ਗਾਵਿਆ ਹੈ, ਤਿਨਾਂ ਨੂੰ ਅੱਗੇ ਗਿਆਂ ਜਮ ਛੋਹ ਵੀ ਨਹੀਂ ਸਕਦੇ। ਵਾਹਿਗੁਰੂ ਐਸਾ ਦਇਆਲੂ ਹੈ ਕਿ ਉਸ ਦੀ ਦਇਆਲਤਾ ਦੀ ਉਪਮਾ ਨਹੀਂ ਹੋ ਸਕਦੀ। ਉਹ ਭਗਤ ਜਨਾਂ ਦਾ ਜੀਵਨ ਰੂਪ ਜੀਵਨ ਆਧਾਰ ਹੈ। ਐਸੇ ਜੀਵਨ ਰੂਪ ਅਨੂਪ ਦਇਆਲ ਵਾਹਿਗੁਰੂ ਦੇ ਪਾਰਸ ਰਸਾਇਣੀ ਗੁਣ ਰਵਿਆਂ ਸੁਤੇ ਸਿੱਧ ਹੀ ਅੱਗੇ ਗਿਆਂ ਜਮ ਦੇ ਜਾਲ ਕੱਟੇ ਜਾਂਦੇ ਹਨ। ਇਹ ਜਗੋ ਦੁੱਤਰ ਮਨਮੁਖ ਪਾਰ ਨਾ ਪਾਈ ਰਾਮ, ਅੰਤਰੇ ਹਉਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ। ਅੰਤਰ ਚਤੁਰਾਈ ਥਾਏ ਨਾ ਪਾਈ, ਬਿਰਥਾ ਜਨਮ ਗਵਾਇਆ। ਜਮ ਮਗ ਦੁਖ ਪਾਵੈ ਚੋਟਾਂ ਖਾਵੈ, ਅੰਤ ਗਿਆ ਪਛਤਾਇਆ। ਬਿਨ ਨਾਵੈ ਕੋ ਬੇਲੀ ਨਾਹੀਂ, ਪੁੱਤ ਕੁਟੰਬ ਸੁਤ ਭਾਈ। ਨਾਨਕ ਮਾਇਆ ਮੋਹ ਪਸਾਰਾ, ਆਗੈ ਸਾਥ ਨਾ ਜਾਈ। ਰਾਗ ਸੂਹੀ ਛੰਤ ਮਹੱਲਾ ਚੌਥਾ। ਵਿਆਖਿਆ। ਇਹ ਸੰਸਾਰ ਰੂਪੀ ਸਮੁੰਦਰ ਤਰਿਆ ਜਾਣਾ ਬੜਾ ਔਖਾ ਹੈ।
ਮਨਮੁਖ ਸਾਕਤ ਆਪ ਹੁਦਰਾ ਗੁਰੂ ਤੋਂ ਬੇਮੁਖ ਨਿਗੁਰਾ ਪ੍ਰਾਣੀ ਤਾਂ ਇਸ ਦੁੱਤਰ ਭੈ ਸਾਗਰ ਸੰਸਾਰ ਤੋਂ ਪਾਰ ਹੋ ਹੀ ਨਹੀਂ ਸਕਦਾ, ਕਿਉਂਕਿ ਉਸ ਦੇ ਹਿਰਦੇ ਅੰਦਰ ਹਉਮੈ, ਕਾਮ, ਕ੍ਰੋਧ ਅਤੇ ਚਤੁਰਾਈ ਕੁੱਟ-ਕੁੱਟ ਕੇ ਭਰੀ ਹੋਈ ਹੁੰਦੀ ਹੈ। ਚਤੁਰਾਈ ਤਾਂ ਐਸੀ ਭਾਰੂ ਹੋ ਕੇ ਉਸ ਦੇ ਅੰਦਰ ਸਮਾਈ ਹੋਈ ਹੁੰਦੀ ਹੈ ਕਿ ਉਹ ਕਿਸੇ ਬਿਧ ਵੀ ਉਸ ਨੂੰ ਸੰਸਾਰ ਸਮੁੰਦਰੋਂ ਪਾਰ ਨਹੀਂ ਹੋਣ ਦਿੰਦੀ। ਬਸ ਮਨਮੁਖ ਪ੍ਰਾਣੀ ਦਾ ਸਾਰਾ ਜਨਮ ਹੀ ਬਿਰਥਾ ਅਕਾਰਥ ਜਾਂਦਾ ਹੈ ਅਤੇ ਮਰ ਕੇ ਅੱਗੇ ਜਾ ਕੇ ਜਮ ਦੇ ਮਾਰਗ ਵਿਖੇ ਬਹੁਤ ਦੁੱਖ ਪਾਉਂਦਾ ਹੈ, ਚੋਟਾਂ ਖਾਂਦਾ ਹੈ। ਅੰਤੀ ਸਮੇਂ ਮਰਨ ਲੱਗਿਆਂ ਉਹ ਪਛਤਾਉਂਦਾ ਹੈ ਅਤੇ ਅੱਗੇ ਗਿਆਂ ਵੀ ਪਛਤਾਉਂਦਾ ਹੈ, ਪਰ ਉਸ ਦਾ ਉੱਥੇ ਬੇਲੀ ਕੋਈ ਨਹੀਂ ਬਣਦਾ। ਪੁੱਤਰ, ਕਲੱਤਰ, ਕੁਟੰਬ, ਭਾਈ, ਬੰਦ ਉੱਥੇ ਉਸ ਦੇ ਸਹਾਈ ਨਹੀਂ ਹੋ ਸਕਦੇ। ਅੱਗੇ ਗਿਆਂ ਸਹਾਈ ਹੁੰਦਾ ਹੈ ਤਾਂ ਨਾਮ ਹੀ ਸਹਾਈ ਹੁੰਦਾ ਹੈ ਅਤੇ ਬੇਲੀ ਬਣਦਾ ਹੈ। ਸੋ ਉਸਨੇ ਸਾਰੀ ਉਮਰ ਜਪਿਆ ਨਹੀਂ। ਜਿਨ੍ਹਾਂ ਦੀ ਖਾਤਰ ਮਾਇਆ ਮੋਹ ਦੇ ਪਸਾਰੇ ਵਿੱਚ ਪੈ ਕੇ ਨਾਮ ਵਿਸਾਰ ਛੱਡਿਆ ਸੀ, ਉਹ ਅੱਗੇ ਸਾਥ ਨਹੀਂ ਜਾਂਦੇ। ਮਾਇਆ ਮੋਹ ਦਾ ਪਸਾਰਾ ਵੀ ਇੱਥੇ ਦਾ ਇੱਥੇ ਹੀ ਰਹਿ ਜਾਂਦਾ ਹੈ। ਹੇਖਾਂ ਅੱਗਾ ਕਿਨੇ ਡਿੱਠਾ ਹੈ, ਇਸ ਹੈਂਕੜ ਵਿੱਚ ਅੱਖਾਂ ਮੀਟ ਛੱਡਦਾ ਸੀ। ਦਿਸਦਾ ਜਗ ਮਿੱਠਾ ਦੇਖ ਕੇ ਮੱਖੀ ਦੀ ਨਿਆਈ ਪਚ-ਪਚ ਮਰਦਾ ਰਿਹਾ। ਅੱਗੇ ਦਾ ਭੈ ਹੁੰਦਾ ਅਤੇ ਅੱਗੇ ਜਾ ਕੇ ਜਮ ਦੇ ਫੰਦੇ ਵਿੱਚ ਪੈਣ ਦਾ ਡਰ ਹੁੰਦਾ ਤਾਂ ਕਾਹਨੂੰ ਪਾਪ ਕਮਾਉਂਦਾ। ਨਾਮ ਸੰਭਾਲ ਕੇ ਆਪਣਾ ਜਨਮ ਤੇ ਸਵਾਰ ਲੈਂਦਾ। ਇਹ ਸਾਰੇ ਕਾਰੇ ਉਸ ਦੀ ਅਣਗਹਿਲਤਾ ਦੇ ਹਨ। ਜਿਨ੍ਹਾਂ ਉੱਤੇ ਗੁਰੂ ਕਰਤਾਰ ਦੀ ਕਿਰਪਾ ਹੁੰਦੀ ਹੈ, ਉਹਨਾਂ ਨੂੰ ਅੱਗੇ ਦਾ ਭਉ ਪੈਂਦਾ ਹੈ ਅਤੇ ਉਹ ਭੈ ਭੀਤ ਹੋ ਕੇ ਪਾਪ ਕਮਾਉਣੋਂ ਬਚੇ ਰਹਿੰਦੇ ਹਨ। ਭੈ ਦੁੱਤਰੀ ਮਾਇਆ ਦੀ ਮਮਤਾ ਵਿੱਚ ਖਚਤ ਨਹੀਂ ਹੁੰਦੇ। ਇਸ ਪ੍ਰਕਾਰ ਪਰਮਾਰਥ ਸਵਾਰਨ ਲਈ ਨਿਮਰੀ ਭੂਤ ਹੋ ਕੇ ਬੇਨਤੀਆਂ ਕਰਦੇ ਹਨ, ਜੈਸਾ ਕਿ ਇਸ ਅਗਲੇ ਗੁਰਵਾਕ ਵਿਖੇ ਵਿਦਮਾਨ ਹੈ। ਯਥਾ ਗੁਰਵਾਕ। ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ, ਨੇਤਰ ਦੇਖੈ ਦਰਸ ਤੇਰਾ ਰਾਮ। ਲਾਖ ਜਿਹਵਾ ਦੇਹੋ ਮੇਰੇ ਪਿਆਰੇ, ਮੁਖ ਹਰ ਆਰਾਧੇ ਮੇਰਾ ਰਾਮ। ਹਰ ਆਰਾਧੇ ਜਮ ਪੰਥ ਸਾਧੇ, ਦੁਖ ਨ ਵਿਆਪੈ ਕੋਈ। ਜਲ ਥਲ ਮਹੀਅਲ ਪੂਰਨ ਸੁਆਮੀ, ਜਦ ਦੇਖਾਂ ਤਤ ਸੋਈ। ਕੋਟ ਕਰਨ ਦੀਜੈ ਪ੍ਰਭ ਪ੍ਰੀਤਮ, ਹਰ ਗੁਣ ਸੁਣੀਐ ਅਬਿਨਾਸ਼ੀ ਰਾਮ। ਸੁਣ ਸੁਣ ਇਹ ਮਨ ਨਿਰਮਲ ਹੋਵੈ, ਕਟਿਐ ਕਾਲ ਕੀ ਫਾਂਸੀ ਰਾਮ। ਕਟਿਐ ਜਮ ਫਾਂਸੀ ਸਿਮਰ ਅਬਿਨਾਸ਼ੀ, ਸਗਲ ਮੰਗਲ ਸੁਗਿਆਨਾ। ਹਰ ਹਰ ਜਪ ਜਪੀਐ ਦਿਨ ਰਾਤੀ, ਲਾਗੈ ਸਹਿਜ ਧਿਆਨਾ। ਸੂਹੀ ਛੰਤ ਮਹਲਾ ਪੰਜਵਾਂ। ਭੂਤ ਭਵਿੱਖ ਦੇ ਜਾਣਨ ਹਾਰੇ ਸਤਿਗੁਰੂ ਪੰਚਮ ਪਾਤਸ਼ਾਹ ਨੇ ਇਹ ਗੁਰਵਾਕ ਕਲਯੁਗੀ ਜੀਵਾਂ ਦੀ ਗਤੀ ਦੇਖ ਕੇ ਉਹਨਾਂ ਦੇ ਉਧਾਰ ਲਈ ਖੁਦ ਪ੍ਰਾਰਥਨਾ ਰੂਪ ਹੋ ਕੇ ਉਚਾਰਿਆ ਹੈ ਅਤੇ ਇਉਂ ਸੰਸਾਰੀ ਜੀਵਾਂ ਲਈ ਉਚਾਰਿਆ ਹੈ। ਨਾਲੇ ਸੱਚੀ ਸਿਫਾਰਿਸ਼ ਕੀਤੀ ਹੈ ਜੀਵ ਦੇ ਉਧਾਰ ਦੀ। ਵਿਆਖਿਆ। ਹੇ ਵਾਹਿਗੁਰੂ, ਮੇਰੇ ਸੱਚੇ ਪ੍ਰੀਤਮ ਸੁਆਮੀ, ਐਸੀ ਕਿਰਪਾ ਕਰ ਕਿ ਨੇਤਰਾਂ ਕਰਕੇ ਤੇਰਾ ਦਰਸ਼ਨ ਸਦਾ ਹੀ ਦੇਖਦਾ ਰਹਾਂ, ਜਿਸ ਕਰਕੇ ਤੈਨੂੰ ਪ੍ਰਤੱਖ ਸਾਰੇ ਰਮਿਆਂ ਦੇਖ ਕੇ ਬੁਰੇ ਕੰਮਾਂ ਤੋਂ ਬਚਿਆ ਰਹਾਂ। ਹੇ ਵਾਹਿਗੁਰੂ, ਮੇਰੇ ਪਿਆਰੇ, ਇੱਕ ਦੇ ਥਾਂ ਲੱਖਾਂ ਜੀਭਾਂ ਮੈਨੂੰ ਦੇਵੋ, ਜਿਸ ਕਰਕੇ ਉਹਨਾਂ ਲੱਖਾਂ ਜੀਭਾਂ ਦੁਆਰਾ ਤੇਰਾ ਨਾਮ ਮੈਂ ਜਪਾਂ ਅਤੇ ਸਾਰੀ ਉਮਰ ਜਪਦਾ ਹੀ ਰਹਾਂ। ਕਿਉਂਕਿ ਇਸ ਪ੍ਰਕਾਰ, ਕੇਵਲ ਇਸ ਪ੍ਰਕਾਰ ਹੀ ਵਾਹਿਗੁਰੂ ਅਰਾਧਨ ਕੀਤਿਆਂ ਹੀ ਅੱਗਾ ਸੰਵਾਰਿਆ ਜਾਂਦਾ ਹੈ ਅਤੇ ਅਗਲਾ ਜਮ ਪੰਥ ਸਾਧਿਆ ਸੁਧਾਰਿਆ ਜਾਂਦਾ ਹੈ। ਕੋਈ ਦੁੱਖ ਨਹੀਂ ਵਿਆਪ ਸਕਦਾ। ਇਸ ਅਨੰਨ ਭਗਤੀ ਦਾ ਐਸਾ ਆਤਮ ਤੇ ਪਰਮਾਰਥੀ ਸੱਚਾ ਸੁਖ ਪ੍ਰਾਪਤ ਹੁੰਦਾ ਹੈ ਕਿ ਜਲ ਵਿਖੇ, ਥਲ ਵਿਖੇ, ਧਰਤੀ ਆਕਾਸ਼ ਵਿਖੇ ਜਿੱਥੇ ਕਿੱਥੇ ਵੀ ਵੇਖਾਂ, ਹੇ ਵਾਹਿਗੁਰੂ, ਤੂੰ ਹੀ ਦ੍ਰਿਸ਼ਟੀ ਆਵੇਂ। ਸੱਚਮੁੱਚ ਇਵੇਂ ਹੀ ਦ੍ਰਿਸ਼ਟੀ ਆਉਂਦਾ ਹੈ, ਉੱਪਰ ਦੱਸੀ ਅਨੰਨ ਭਗਤੀ ਕਮਾਇਆ। ਹੇ ਵਾਹਿਗੁਰੂ, ਮੇਰੇ ਪ੍ਰੀਤਮਾ, ਮੈਨੂੰ ਕਰੋੜਾਂ ਹੀ ਕੰਨ ਅਤਾ ਫਰਮਾਓ, ਭਾਵ ਕੰਨਾਂ ਦੇ ਦੇਣ ਦੀ ਦਾਤ ਬਖਸ਼ੋ, ਜਿਨ੍ਹਾਂ ਕਰਕੇ ਮੈਂ ਤੇਰੇ ਅਬਿਨਾਸ਼ੀ ਗੁਣ ਹੀ ਦਿਨੇ ਰਾਤ ਸਦ ਸਦਾ ਸੁਣਾ ਤੇ ਸੁਣਦਾ ਰਹਾਂ। ਕਿਉਂਕਿ ਇਸ ਬਿਧ ਹਰ ਗੁਣ ਅਬਿਨਾਸ਼ੀ ਸੁਣਨ ਦਾ ਸਦਕਾ ਹੀ ਮਲੀਨ ਮਨ ਨਿਰਮਲ ਹੁੰਦਾ ਹੈ ਅਤੇ ਅੱਗੇ ਆਉਣ ਵਾਲੀ ਜਮ ਰੂਪੀ ਕਾਲ ਦੀ ਫਾਂਸੀ ਕੱਟੀ ਜਾਂਦੀ ਹੈ। ਬਸ ਇਹ ਕੇਵਲ ਅਬਿਨਾਸ਼ੀ ਪ੍ਰਭੂ ਦਾ ਸਿਮਰਨ ਹੀ ਹੈ ਜੋ ਜਮ ਫਾਂਸੀ ਕੱਟਣ ਨੂੰ ਸਮਰੱਥ ਹੈ ਅਤੇ ਸ੍ਰੇਸ਼ਟ ਤਤ ਗੁਰਮਤਿ ਗਿਆਨ ਦਾ ਉਪਜਾਇਕ ਹੈ, ਜਿਸ ਕਰਕੇ ਅਨੇਕ ਪ੍ਰਕਾਰ ਦੀਆਂ ਮੰਗਲਮਈ ਸਾਰੀਆਂ ਖੁਸ਼ੀਆਂ ਹੀ ਪ੍ਰਾਪਤ ਹੋ ਜਾਂਦੀਆਂ ਹਨ। ਤਤ ਗਿਆਨਮਈ ਜੋਤ ਪ੍ਰਕਾਸ਼ਕ ਆਤਮ ਅਵਸਥਾ ਵਿੱਚ ਅਰੂੜ ਹੋ ਕੇ ਦਿਨ ਰਾਤ ਸਨਮੁਖ ਦਰਸ ਭੇਖਾਗਰਾਂ ਨੂੰ ਸਦਾ ਸਿਮਰਨ ਪ੍ਰਾਪਤ ਹੁੰਦਾ ਹੈ ਅਤੇ ਤ੍ਰੈ ਗੁਣੀ ਅਤੀਤ ਤੁਰਿਆ ਗੁਣੀ ਸਹਿਜ ਪਦ
ਪ੍ਰਾਪਤ ਹੋ ਜਾਂਦਾ ਹੈ। ਤਿਤ ਸਹਿਜ ਪਦ ਵਿਖੇ ਹੀ ਧਿਆਨ ਅੰਤਰ ਹੋਏ ਪਰਮਾਤਮਾ ਵਿਖੇ ਜੁੜ ਜਾਈਦਾ ਹੈ। ਇੱਥੇ ਧਿਆਤਾ, ਧਿਆਨ ਤੇ ਇੱਕੋ ਹੀ ਹੋ ਜਾਂਦੇ ਹਨ। ਐਨ ਐਸੀ ਅਵਸਥਾ ਹੀ ਅਗਲੇ ਗੁਰਵਾਕ ਵਿਖੇ ਵਰਣਨ ਹੈ। ਘਰ ਮੰਦਰ ਹਟ ਨਾਲੇ ਸੋਹੇ, ਜਿਸ ਵਿੱਚ ਨਾਮ ਨਿਵਾਸੀ RAM, ਸੰਤ ਭਗਤ ਹਰ ਨਾਮ ਅਰਾਧੈ, ਕਟਿਆ ਜਮ ਕੀ ਫਾਸੀ RAM। ਕਾਟੀ ਜਮ ਫਾਸੀ ਪ੍ਰਭ ਅਬਿਨਾਸ਼ੀ, ਹਰ ਹਰ ਨਾਮ ਧਿਆਏ, ਸਗਲ ਸਮਗਰੀ ਪੂਰਨ ਹੋਈ, ਮਨ ਇੱਛੇ ਫਲ ਪਾਏ। ਸੂਹੀ ਮਹਲਾ ਪੰਜਵਾਂ। ਵਿਆਖਿਆ। ਜਿੱਥੇ ਜਿੱਥੇ ਵੀ ਬੈਠ ਕੇ ਗੁਰੂ ਘਰ ਦੇ ਸੰਤ ਭਗਤ ਵਾਹਿਗੁਰੂ ਅਰਾਧਨਮਈ ਭਜਨ ਕਰਦੇ ਹਨ, ਉਹਨਾਂ ਸੰਤਾਂ ਭਗਤਾਂ ਦੇ ਨਿਵਾਸ ਸਥਾਨ, ਘਰ ਮੰਦਰ ਅਤੇ ਨਿਕਟ ਨਿਵਾਸੀ ਹਟ ਪੱਟਣ ਬਾਜ਼ਾਰ ਵੀ ਸੁਹਾਵਣੇ ਹੋ ਜਾਂਦੇ ਹਨ। ਤਿੰਨਾਂ ਸੰਤਾਂ ਭਗਤਾਂ ਦੇ ਘਟ ਰੂਪੀ ਘਰ ਮੰਦਰ ਅਤੇ ਤਨ ਰੂਪੀ ਹਟੜੀਆਂ ਤਾਂ ਸੁਹਾਵਣੀਆਂ ਹੋਣੀਆਂ ਹੀ ਹੋਈਆਂ। ਤਿੰਨਾਂ ਵਾਹਿਗੁਰੂ ਅਰਾਧਨ ਹਾਰਿਆਂ ਦੇ ਸਭੇ ਟੋਲ ਹੀ ਸੁਹਾਵਣੇ ਹੋ ਜਾਂਦੇ ਹਨ। ਨਿਵਾਸ ਸਥਾਨ, ਪੜੋਸ ਸਥਾਨ ਵੀ ਸਗਲੇ ਸੁਹਾਵਣੇ ਹੋ ਜਾਂਦੇ ਹਨ। ਤਿੰਨਾਂ ਸੰਤਾਂ ਭਗਤਾਂ ਨਾਮ ਅਰਾਧਨ ਹਾਰਿਆਂ ਗੁਰਮੁਖ ਜਨਾਂ ਦੀ ਅੱਗੇ ਆਉਣ ਵਾਲੀ ਜਮਾਂ ਦੀ ਫਾਂਸੀ ਵੀ ਕੱਟੀ ਜਾਂਦੀ ਹੈ। ਦੂਜੀ ਵੇਰ ਫੇਰ ਮਹਾਰਾਜ ਜ਼ੋਰ ਦੇ ਕੇ ਦੱਸਦੇ ਹਨ ਕਿ ਹਾਂ, ਜ਼ਰੂਰ ਹੀ ਇਹ ਜਮ ਫਾਂਸੀ ਕੱਟੀ ਜਾਂਦੀ ਹੈ। ਪ੍ਰਭ ਅਬਿਨਾਸ਼ੀ ਦੇ ਨਾਮ ਪ੍ਰਭਾਵ ਕਰ ਹੀ ਕੱਟ ਜਾਂਦੀ ਹੈ। ਜਿਸ ਦਾ ਨਾਮ ਅਰਾਧਨ ਕਰੀਦਾ ਹੈ, ਸੋਈ ਵਾਹਿਗੁਰੂ ਅਬਿਨਾਸ਼ੀ ਇਹ ਜਮ ਫਾਂਸੀ ਆਪਣੇ ਸੰਤਾਂ ਭਗਤਾਂ ਦੀ ਕੱਟ ਦਿੰਦਾ ਹੈ। ਜੋ ਹਰਦਮ ਸਾਸ ਗਿਰਾਸ ਵਾਹਿਗੁਰੂ ਨਾਮ ਧਿਆਉਂਦੇ ਹਨ, ਉਹਨਾਂ ਨੂੰ ਮਨ ਚਿੰਦੇ ਫਲ ਸੁਤੇ ਸਿੱਧ ਹੀ ਪ੍ਰਾਪਤ ਹੋ ਜਾਂਦੇ ਹਨ ਅਤੇ ਉਹਨਾਂ ਦੇ ਆਤਮ ਪਰਮਾਤਮ ਸੁੱਖਾਂ ਦੀ ਸਗਲ ਸਮੱਗਰੀ ਵੀ ਸੰਪੂਰਨ ਹੋ ਜਾਂਦੀ ਹੈ। ਕੋਈ ਕਸਰ ਬਾਕੀ ਨਹੀਂ ਰਹਿੰਦੀ। ਐਸੇ ਮਹਾਪ੍ਰਤਾਪੀ ਨਾਮ ਦੇ ਸਿਮਰਨ ਨੂੰ ਛੱਡ ਕੇ ਜੋ ਮਨਮੁਖ ਮੂੜ ਮੁਗਧ ਨਿਗੁਰਾ ਨਰ ਕੁਟੰਬ ਦੇ ਕੂੜੇ ਮੋਹ ਅਤੇ ਮਾਇਆ ਵਿੱਚ ਲੱਥ-ਪੱਥ ਅਤੇ ਖੱਚਤ ਹੋ ਜਾਂਦਾ ਹੈ, ਉਸ ਦੇ ਪੱਲੇ ਬਸ ਹਉਮੈ ਮੇਰਾ ਹੀ ਰਹਿ ਜਾਂਦਾ ਹੈ। ਅਜਿਹੇ ਹਉਮੈ ਮੇਰਾ ਕਰ ਗਏ ਮਨਮੁੱਖਾਂ ਦੇ ਪੱਲੇ ਕੁਝ ਨਹੀਂ ਪੈਂਦਾ, ਨਾ ਹੀ ਉਹਨਾਂ ਦੇ ਪਾਸ ਕੁਝ ਰਹਿ ਜਾਂਦਾ ਹੈ, ਨਾ ਹੀ ਮਰਨ ਲੱਗੇ ਸਾਥ ਲੈ ਕੇ ਉਹ ਜਾਂਦੇ ਹਨ। ਸਭ ਕੁਝ ਇੱਥੇ ਹੀ ਛੱਡ ਜਾਂਦੇ ਹਨ, ਕੁਟੰਬ ਨੂੰ ਵੀ ਅਤੇ ਕੁਟੰਬ ਦੀ ਖਾਤਰ ਮੋਹ ਮਾਇਆ ਦੇ ਇਕੱਤਰ ਕੀਤੇ ਪਦਾਰਥ ਨੂੰ ਵੀ। ਫੋਕੀ ਮੈਂ ਮੇਰੀ ਵਿੱਚ ਹੀ ਆਫਰੇ ਹੋਏ ਉਹ ਮਰ ਜਾਂਦੇ ਹਨ। ਉਹਨਾਂ ਨੂੰ ਸਿਰ ਉੱਪਰ ਜਮ ਰੂਪੀ ਕਾਲ ਨਹੀਂ ਸੁਝਦਾ। ਦੂਜੇ ਭਾਵ ਦੇ ਹੋਛੇ ਕਰਮਾਂ ਵਿੱਚ ਰਚਿਆਂ ਮਚਿਆਂ ਨੂੰ ਅੱਗਾ ਸਵਾਰਨ ਦੀ ਸੋਝੀ ਹੀ ਨਹੀਂ ਆਉਂਦੀ। ਅੱਗਾ ਉਹਨਾਂ ਨੂੰ ਦੀਂਦਾ ਨਹੀਂ, ਅੱਗੇ ਨੂੰ ਉਹ ਮੰਨਦੇ ਹੀ ਨਹੀਂ। ਦੂਜੇ ਭਾਵ ਦੇ ਮਿੱਠੇ ਮੋਹ ਵਿੱਚ ਹੀ ਰਚੇ ਪਿਚੇ ਰਹਿੰਦੇ ਹਨ ਅਤੇ ਇਸੇ ਮਿੱਠੇ ਮੋਹ ਨੂੰ ਸੱਚ ਕਰਕੇ ਮੰਨੀ ਰੱਖਦੇ ਹਨ। ਇਸੇ ਮਿੱਠੇ ਮੋਹ ਦੇ ਮੁੱਠੇ ਹੋਏ ਉਹ ਅੱਗੇ ਤੋਂ ਬੇਪਰਵਾਹ ਹੋ ਜਾਂਦੇ ਹਨ। ਐਸਾ ਭਰਮ ਜਾਲ ਮੋਹ ਮਾਇਆ ਦਾ ਹੈ, ਜਿਸ ਦੇ ਭਰਮਾਏ ਹੋਇਆਂ ਨੂੰ ਜਮ ਕਾਲ ਸਿਰ ਤੇ ਸੁਝਦਾ ਹੀ ਨਹੀਂ, ਪਰ ਫਿਰ ਉਹਨਾਂ ਦੇ ਵੇਲਾ ਹੱਥ ਨਹੀਂ ਆਉਂਦਾ। ਜਦੋਂ ਜਮ ਪਕੜ ਚਲਾਉਂਦਾ ਹੈ, ਜਮ ਰੂਪੀ ਕਾਲ ਦੇ ਵਸ ਪੈ ਕੇ ਕੰਨ ਤਾਂ ਖੁੱਲ ਜਾਂਦੇ ਹਨ ਅਤੇ ਆਪਣੇ ਕੀਤੇ ਕੁਕਰਮਾਂ ਦਾ ਪਛਤਾਵਾ ਵੀ ਹੁੰਦਾ ਹੈ, ਪਰ ਫਿਰ ਕੀ ਬਣਦਾ ਹੈ? ਜਮ ਕਾਲ ਦੇ ਵਸ ਪਿਆਂ ਜੀਵਾਂ ਦਾ ਚਾਰਾ ਕੁਛ ਨਹੀਂ ਚੱਲਦਾ। ਉਸ ਦੇ ਕਮਾਤੇ ਕਰਮਾਂ ਦਾ ਫਲ ਉਸ ਨੂੰ ਮਿਲ ਕੇ ਰਹਿੰਦਾ ਹੈ, ਜਿਹਾ ਕਿ ਧੁਰੋਂ ਉਸ ਦੇ ਲੇਖੇ ਵਿੱਚ ਲਿਖਿਆ ਹੋਇਆ ਸੀ। ਯਥਾ ਗੁਰਵਾਕ। ਮੋਹ ਕੂੜ ਕੁਟੰਬ ਹੈ, ਮਨਮੁਖ ਮੁਗਧ ਰੱਤਾ, ਹਉਮੈ ਮੇਰਾ ਕਰ ਮੋਏ ਕਿਛ ਸਾਥ ਨ ਲਿੱਤਾ, ਸਿਰ ਉੱਪਰ ਜਮ ਕਾਲ ਨ ਸੁਝਈ, ਦੂਜੈ ਭਰ ਮਿੱਤਾ, ਫਿਰ ਵੇਲਾ ਹੱਥ ਨ ਆਵਈ, ਜਮ ਕਾਲ ਵਸ ਕੀਤਾ, ਜਿਹਾ ਧੁਰ ਲਿਖ ਪਾਇਓਨ ਸੇ ਕਰਮ ਕਮਿੱਤਾ। ਵਾਰ ਸੂਹੀ ਕੀ।